ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ 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 ਵਾਹਿਗੁਰੂ। ਸਤਨਾਮ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲੀਨ ਦੇਖੈ ਗਾਦੇ ਬਨਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਨ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਨ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ, ਜੋ ਕਿ ਤੀਜੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਜਪਜੀ ਸਾਹਿਬ, ਫਿਰ ਸੋਦਰ, ਉਸ ਤੋਂ ਬਾਅਦ ਸੋਹਿਲੇ ਦਾ ਸ਼ਬਦ। ਇਹ 5 ਸ਼ਬਦ ਹਨ ਅੱਗੇ, ਜਿਨ੍ਹਾਂ ਦਾ ਆਪਾਂ ਗੁਰਬਾਣੀ ਦੇ ਭਾਵ ਨੂੰ ਸਨਮੁਖ ਰੱਖਦਿਆਂ ਹੈ ਮਹਾਰਾਜ ਕਿਰਪਾ ਕਰਨ। ਸ਼ਬਦਾਂ ਦੀ ਵਿਚਾਰ ਮਹਾਰਾਜ ਆਪ ਕਰਾਉਣ ਤੇ ਆਪ ਸਰਵਣ ਕਰਾਉਣ। ਆਓ ਆਰੰਭ ਤੋਂ ਇੱਕ ਵਾਰ ਫੇਰ ਸ਼ਬਦ ਨੂੰ ਵਿਚਾਰੀਏ, ਕਿਉਂਕਿ ਜਿਹੜੇ ਕੱਲ ਆਪਾਂ ਨੇ ਸ਼ਬਦ ਵਿਚਾਰੇ ਨੇ ਉਹ ਰੱਬ ਨੂੰ ਕਿਵੇਂ ਧਿਆਉਣਾ ਹੈ ਤੇ ਆਪਣੇ ਆਪ ਨੂੰ ਸਰੀਰਕ ਤੌਰ ਤੇ ਕਿਵੇਂ ਪੂਰਨ ਤੌਰ ਤੇ ਇਸ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਤਿਆਰ ਕਰਨਾ, ਉਹਦੇ ਬਾਰੇ ਪੂਰਾ ਜ਼ਿਕਰ ਕੀਤਾ ਸੀ। ਅੱਜ ਜ਼ਿਕਰ ਕਰਾਂਗੇ ਕਿ ਕਿਵੇਂ ਘੱਟ ਬੈਠੇ ਰੱਬ ਦੀ ਬੰਦਗੀ ਕਰਮ ਕਰਦਿਆਂ ਹੋਇਆਂ ਹਰੇਕ ਬੰਦੇ ਨੇ ਕਰਨੀ ਹੈ, ਤੇ ਕਿਵੇਂ ਰੱਬ ਆਪਾਂ ਨੂੰ ਆਪਣਾ ਸੱਦਾ ਹਮੇਸ਼ਾ ਭੇਜਦੇ ਨੇ। ਰੱਬ ਨੂੰ ਯਾਦ ਕਰਨ ਦੀ ਅਵਸਥਾ ਰੱਬ ਆਪ ਯਾਦ ਕਰਾਉਂਦੇ ਰਹਿੰਦੇ ਨੇ, ਪਰ ਆਪਾਂ ਤਿਆਰ ਹੀ ਨਹੀਂ ਹੁੰਦੇ ਸੰਸਾਰੀ ਖਿਆਲਾਂ ਕਰਕੇ। ਅੱਜ ਇਸ ਖਿਆਲ ਨੂੰ ਮੂਹਰੇ ਰੱਖਦਿਆਂ ਹੋਇਆਂ ਇਸ ਸ਼ਬਦ ਦੀ ਪੂਰੀ ਵਿਚਾਰ ਕਰਾਂਗੇ ਭਾਈ। ਆਓ ਪਿਆਰ ਨਾਲ ਸਰਵਣ ਕਰੀਏ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸੋਹਿਲਾ ਰੱਬ ਦੇ ਜਸ ਗਾਉਣ ਦੀ ਕਿਰਿਆ। ਮਹਾਰਾਜ ਕਹਿੰਦੇ ਹਨ ਭਾਈ, ਇਹ ਗੌੜੀ ਤੇ ਦੀਪਕੀ ਦੋਹਾਂ ਰਾਗਾਂ ਦੇ ਵਿੱਚ ਇਹ ਉਚਾਰਨ ਕੀਤਾ ਗਿਆ ਸ਼ਬਦ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਗੌੜੀ ਦੀਪਕੀ ਰਾਗ ਨੂੰ ਇਕੱਠਾ ਕਰਦਿਆਂ ਹੋਇਆਂ ਇਸ ਮਹੱਲਾ ਪਹਿਲੇ ਦੇ ਸ਼ਬਦ ਗੁਰੂ ਨਾਨਕ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ, ਮੰਗਲ ਕਰਦੇ ਹਨ। ਇਕ ਓੰਕਾਰ ਸਤਿਗੁਰ ਪ੍ਰਸਾਦ। ਜਦੋਂ ਵੀ ਕੋਈ ਬਾਣੀ ਆਰੰਭ ਹੁੰਦੀ ਹੈ ਮੰਗਲ ਕਰਕੇ ਆਰੰਭ ਕੀਤੀ ਜਾਂਦੀ ਹੈ। ਐਸਾ ਕਰਨ ਦੇ ਨਾਲ ਘੱਟ ਬੈਠੇ ਮਾਲਕ ਦੀ ਉਸਤਤ ਹੁੰਦੀ ਹੈ, ਤੇ ਫਿਰ ਘੱਟ ਬੈਠੇ ਮਾਲਕ ਫਿਰ ਆਪਣੇ ਵਿੱਚੋਂ ਉਹ ਸ਼ਬਦ ਜੋ ਸਾਡੇ ਵਾਸਤੇ ਜ਼ਰੂਰੀ ਹਨ, ਜਾਇਜ਼ ਹਨ, ਉਹ ਫਿਰ ਉਚਾਰਨ ਕਰਦੇ ਹਨ। ਸੋ ਮਹਾਰਾਜ ਕਹਿੰਦੇ ਪਰ ਇੱਕ ਅਦੁੱਤੀ ਪਰਮੇਸ਼ਰ ਪਰਮਾਤਮਾ
ਜਿਹਦੀ ਤਿੰਨੋਂ ਗੁਣਾਂ ਦੇ ਉੱਤੇ ਛਤਰ ਛਾਇਆ ਹਮੇਸ਼ਾ ਸੰਸਾਰ ਦੀ ਕਿਰਿਆ ਦੇ ਉੱਤੇ ਮਾਰਗ ਦੀ ਬਣੀ ਰਹਿੰਦੀ ਹੈ। ਕਹਿੰਦੇ ਉਹ ਸਤ ਕਰਕੇ ਜਦੋਂ ਗੁਰੂ ਦੇ ਗੁਰ ਨੂੰ ਆਪਾਂ ਆਪਣੇ ਹਿਰਦੇ 'ਚ ਵਸਾਉਣੇ ਆ, ਉਹਦੀ ਬਖਸ਼ਿਸ਼ ਸਦਕਾ ਉਹਦੇ ਚਰਨੀ ਲੱਗਿਆ ਇਹ ਕਿਰਪਾ ਹੁੰਦੀ ਹੈ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਆਓ ਸ਼ਬਦਾਂ ਦੇ ਨਾਲ ਨਾਲ ਦਰਸ਼ਨ ਕਰੀਏ ਭਾਈ। ਮਹਾਰਾਜ ਕਹਿੰਦੇ ਜਿਸ ਘਰ ਦੇ ਵਿੱਚ ਕਹਿੰਦੇ ਕੀਰਤ ਆਖੀ ਜਾਂਦੀ ਹੈ, ਕਹਿੰਦੇ ਉਹ ਜਿੱਥੇ ਕਰਤੇ ਦੀ ਵਿਚਾਰ ਹੁੰਦੀ ਹੋਵੇ, ਕਹਿੰਦੇ ਭਾਈ ਉਸ ਘਰ ਦੇ ਵਿੱਚ ਕਹਿੰਦੇ ਤਿਤ ਘਰ ਗਾਵੋ ਸੁਹੇਲਾ ਸਿਵਰੋ ਸਿਰਜਣਹਾਰੋ। ਉਸ ਘਰ ਦੇ ਵਿੱਚ ਗਾਉਣਾ ਕਰੋ ਰੱਬ ਦਾ ਜਸ। ਕਹਿੰਦੇ ਰੱਬ ਨੂੰ ਸਿਮਰੋ, ਉਹ ਸਿਰਜਣਹਾਰ ਨੂੰ ਜਿਹੜਾ ਆਪਣੇ ਵਿੱਚ ਆਪਾਂ ਨੂੰ ਸਿਰਜ ਰਿਹਾ। ਕੱਲ ਆਪਾਂ ਇਸ ਗੱਲ ਨੂੰ ਵਿਚਾਰ ਕਰਕੇ ਆਏ ਸੀ ਕਿ ਜੀਵਨ ਦੇ ਵਿੱਚ ਕਿ ਕਿਰਤ ਤੇ ਕੀਰਤ ਕਿਹਨੂੰ ਕਹਿ ਰਹੇ। ਧਿਆਨ ਰੱਖਿਓ, ਇਹਨਾਂ ਸ਼ਬਦਾਂ ਨੂੰ ਇੱਕ ਵਾਰ ਦੇਖ ਲਿਓ। ਆ ਕਿਰਤ ਤੇ ਕੀਰਤ ਇੰਨਾ ਹੀ ਫਰਕ ਹੈ। ਦੇਖੋ ਇੱਧਰ ਸਿਹਾਰੀ ਲੱਗੀ ਹੋਈ ਹੈ ਕਿਰਤ ਵਿੱਚ, ਤੇ ਇੱਥੇ ਕੀਰਤ ਨੂੰ ਬਿਹਾਰੀ ਲੱਗੀ ਹੋਈ ਹੈ। ਜਦੋਂ ਆਪਾਂ ਇਹਨਾਂ ਦੋਨਾਂ ਸ਼ਬਦਾਂ ਨੂੰ ਵਰਤਦੇ ਹਾਂ ਕਿਰਤ ਤੇ ਕੀਰਤ ਨੂੰ, ਤੇ ਪਹਿਲਾਂ ਆਪਾਂ ਕਿਰਤ ਦੇ ਅਰਥ ਦੇਖਿਓ ਕੀ ਇਹਨਾਂ ਦੇ ਅਰਥ ਨਿਕਲਦੇ ਨੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਹਿੰਦੇ ਕਿਰਤ ਕੀ ਬਾਂਦੀ ਸਭ ਫਿਰੇ ਦੇਖੋ ਵਿਚਾਰੀ। ਕਹਿੰਦੇ ਮਨਮੁਖ ਰਲਾਇਆ ਨਾ ਰਲੈ ਪੈ ਕਿਰਤ ਫਿਰਾਏ। ਕਹਿੰਦੇ ਕਿਰਤ ਕਰਦਿਆਂ ਹਾਂ ਵੀ ਬੰਦਾ ਕਹਿੰਦੇ ਜਨਮ ਮਰਨ ਦੇ ਚੱਕਰ 'ਚ ਘੁੰਮਦਾ ਫਿਰਦਾ ਹੀ ਰਹਿੰਦਾ। ਸੱਚੇ ਪਾਤਸ਼ਾਹ ਕਹਿੰਦੇ ਹਨ ਕਿਰਤ ਕਮਾਨੇ ਦੁੱਖ ਸਹੋ ਪ੍ਰਾਣੀ ਅਨਕ ਜੋਨ ਪਰਮਾਇਆ। ਮਹਾਰਾਜ ਕਹਿੰਦੇ ਇੱਕ ਆਵੇ ਜਾਵੇ ਘਰ ਵਾਸਨਾ ਪਾਵੇ ਕਿਰਤ ਕੇ ਵਾਧੇ ਪਾਪ ਕਮਾਵੇ। ਕਹਿੰਦੇ ਕਿਰਤ ਦੇ ਬੰਨੇ ਹੋਏ ਲੋਕ ਪਾਪ ਕਰਦੇ ਨੇ। ਕਹਿੰਦੇ ਅੰਦਲੇ ਸੋਝੀ ਬੂਝ ਨਾ ਕਾਈ ਲੋਭ ਬੁਰਾ ਅਹੰਕਾਰਾ ਹੈ। ਕਿਰਤ ਕਰਦਿਆਂ ਹੈ ਬੰਦਾ ਲੋਭੀ ਰਹਿੰਦਾ ਹੈ, ਹੰਕਾਰੀ ਰਹਿੰਦਾ ਹੈ। ਐਸੀ ਅਵਸਥਾ ਕਿਰਤ ਕਰਦਿਆਂ ਹੈ ਬੰਦੇ ਦੀ ਬਣੀ ਰਹਿੰਦੀ। ਮਹਾਰਾਜ ਕਹਿੰਦੇ ਇੱਕ ਦੈਂਤ ਸੀ ਹਰਨਾਕਸ਼, ਕਹਿੰਦੇ ਉਹ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਗਿਆ ਸੀ। ਕਹਿੰਦੇ ਕਿਰਤ ਸੰਜੋਗੀ ਦੈਂਤ ਰਾਜ ਚਲਾਇਆ। ਜੋ ਪ੍ਰਹਿਲਾਦ ਦਾ ਪਿਤਾ ਸੀ, ਕਹਿੰਦੇ ਹਰ ਨਾ ਬੂਝੇ ਤੇ ਨਾ ਭੁਲਾਇਆ ਪੁੱਤਰ ਪ੍ਰਹਿਲਾਦ ਸਿਉ ਬਾਦ ਰਚਾਇਆ ਅੰਧਾ ਨਾ ਬੂਝੇ ਕਾਲ ਨੇੜੇ ਆਇਆ। ਕਹਿੰਦੇ ਇਹਨੂੰ ਇਹ ਨਹੀਂ ਸਮਝ ਆਈ ਕਿ ਮੈਂ ਸੰਸਾਰ ਤੋਂ ਚਲੇ ਜਾਣਾ ਹੈ। ਕਹਿੰਦੇ ਦੈਂਤ ਪੂਤ ਕਰਮ ਧਰਮ ਕਿਸ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੇ ਸਤਿਗੁਰ ਭੇਟੇ ਨਿਰਮਲ ਹੋਆ ਅੰਧਨ ਨਾ ਮਖਾਣੇ। ਕਹਿੰਦੇ ਜਿਹੜਾ ਪੁੱਤਰ ਸੀ ਉਹਨੇ ਕੋਈ ਗ੍ਰੰਥ ਨਹੀਂ ਪੜ੍ਹੇ ਸੀ, ਪਰ ਕਹਿੰਦੇ ਭਾਈ ਉਹਨੇ ਸੱਤ ਕਰਕੇ ਘੱਟ ਬੈਠੇ ਰੱਬ ਦੀ ਬਾਣੀ ਨੂੰ ਗੁਰ ਨੂੰ ਸੁਣਿਆ। ਕਹਿੰਦੇ ਭਾਈ ਉਹ ਨਿਰਮਲ ਹੋ ਗਿਆ, ਉਹ ਨਿਤਾਂ ਪ੍ਰਤੀ ਰੱਬ ਦਾ ਨਾਮ ਵਿਖਾਉਂਦਾ ਸੀ। ਕਹਿੰਦੇ ਇਸ ਤਰ੍ਹਾਂ ਜੁਗਾਂ ਜੁਗਾਂ ਤੋਂ ਭਗਤਾਂ ਦੀ ਰੱਬ ਰੱਖਦਾ ਆਇਆ। ਕਹਿੰਦੇ ਜੁਗ ਜੁਗ ਭਗਤਾਂ ਕੀ ਰੱਖਦਾ ਆਇਆ ਦੈਂਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਨ ਕਿਛੂ ਨਾ ਜਾਣੇ ਸ਼ਬਦੇ ਮੇਲ ਮਿਲਾਇਆ। ਕਹਿੰਦੇ ਉਹਨੇ ਕੋਈ ਗ੍ਰੰਥ ਨਹੀਂ ਪੜ੍ਹੇ ਹਨ, ਪ੍ਰਹਿਲਾਦ ਨੇ ਕੋਈ ਗਾਇਤਰੀ ਤਰਪਨ ਨਹੀਂ ਪੜ੍ਹਿਆ। ਕਹਿੰਦੇ ਭਾਈ ਉਹਨੇ ਘੱਟ ਬੈਠੇ ਰੱਬ ਦੇ ਸ਼ਬਦ ਨਾਲ ਆਪਣੇ ਸ਼ਬਦ ਨੂੰ ਇੱਕ ਮਿਲਾਇਆ, ਘੱਟ ਬੈਠੇ ਰੱਬ ਦੇ ਸ਼ਬਦ ਨੂੰ ਸੁਣਦਾ ਰਿਹਾ। ਕਹਿੰਦੇ ਭਾਈ ਉਹਨੂੰ ਆਪਣੇ ਰੱਬ ਦੇ ਉੱਤੇ ਇਤਨਾ ਯਕੀਨ ਸੀ ਬੱਚੇ ਛੋਟੀ ਜਿਹੀ ਅਵਸਥਾ 'ਚ। ਸੋ ਮਹਾਰਾਜ ਕਹਿੰਦੇ ਹਨ ਭਾਈ ਇੱਕ ਕਿਰਤ ਦੀ ਗੱਲ ਆਪਾਂ ਜੀਵਨ 'ਚ ਸਮਝ ਕੇ ਆਏ ਹਾਂ। ਕਹਿੰਦੇ ਹੁਣ ਆਪਾਂ ਇੱਥੇ ਵਿਚਾਰ ਕਰੋ ਕੀਰਤ ਕਿਹਨੂੰ ਕਹਿ ਰਹੇ। ਕੀਰਤ ਜੀਵਨ 'ਚ ਉਹਨੂੰ ਕਹਿੰਦੇ ਨੇ, ਕਹਿੰਦੇ ਕਿਰਤ ਕਰਦਿਆਂ ਹੋਇਆਂ ਘੱਟ ਬੈਠੇ ਰੱਬ ਦੇ ਨਾਲ ਜੁੜ ਕੇ ਕਿਰਤ ਕਮਾਉਣੀ ਕਰਮ ਕਮਾਉਣ। ਕਿਰਤ ਦੇ ਕਰਮ ਕਮਾਉਣੇ, ਜੋ ਤੁਸੀਂ ਕਿਰਤ ਕਰਦੇ ਹੋ ਉਹ ਕਰਮ ਕਮਾਉਂਦਿਆਂ ਹੋਇਆਂ ਇਹ ਯਾਦ ਰੱਖੋ ਕਿ ਰੱਬ ਕਰਾ ਰਿਹਾ ਕਰਕੇ ਜਾਣਨਾ ਐਸਾ ਰੱਬ ਨੂੰ ਯਾਦ ਕਰਨਾ ਅਸੀਂ ਬਿਲਕੁਲ ਭੁੱਲ ਗਏ। ਮਹਾਰਾਜ ਕਹਿੰਦੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਣਕ ਬਾਰ ਕਰ ਬੰਧਨ ਸੰਤਨ ਉਹਾਂ ਚਰਨ ਗੋਬਿੰਦ ਜੀ ਕੇ ਬਸਨ। ਹਰ ਕੀਰਤ ਕਲਯੁਗ ਵਿੱਚ ਉੱਤਮ ਮਤ ਗੁਰਮਤ ਕਥਾ ਭਜੰਤੀ। ਕਹਿੰਦੇ ਕਲਯੁਗ ਦੇ ਵਿੱਚ ਕਰਮ ਕਰਦਿਆਂ ਹੋਇਆਂ ਕਿਰਤ ਕਮਾਉਂਦਿਆਂ ਰੱਬ ਦੇ ਕੀਤੇ ਨੂੰ ਉਸ ਕਿਰਤ ਵਿੱਚ ਦੀ ਕਹਿਣਾ ਕਿ ਮੇਰੇ ਮਾਲਕ ਤੇਰਾ ਕੀਤਾ ਹੈ। ਕਰਤੇ ਦੇ ਗੁਣ ਗਾਉਣੇ, ਆਪ ਕਰਤੇ ਬਣਨ ਦੀ ਕੋਸ਼ਿਸ਼ ਨਹੀਂ ਕਰਨਾ, ਉਹਨੂੰ ਕੀਰਤ ਕਹਿੰਦੇ ਨੇ। ਕਹਿੰਦੇ ਭਾਈ ਕਲਯੁਗ ਦੇ ਵਿੱਚ ਸਭ ਤੋਂ ਵੱਡੀ ਉੱਚੀ ਅਵਸਥਾ ਹੈ ਜਿਹਨੂੰ ਮਹਾਰਾਜ ਕਹਿੰਦੇ ਭਾਈ ਜਤ ਸੰਜਮ ਤੀਰਤ ਉਹਨਾਂ ਯੁਗਾਂ ਕਾ ਧਰਮ ਹੈ ਕੱਲ ਮੈਂ ਕੀਰਤ ਹਰਨਾਮਾ। ਕਹਿੰਦੇ ਹਰ ਕੀਰਤ ਕਲਯੁਗ ਪਦ ਉੱਤਮ ਹਰ ਪਾਈਏ ਸਤਿਗੁਰ ਮਾਝਾ। ਸੋ ਜੀਵਨ ਵਿੱਚ ਕਲਯੁਗ ਦੇ ਵਿੱਚ ਕਹਿੰਦੇ ਭਾਈ ਸਭ ਤੋਂ ਵੱਡਾ ਨਾਮ ਲੈਣ ਦਾ ਜੋ ਰਸਤਾ ਹੈਗਾ ਉਹ ਕਿਰਤ ਕਰਦਿਆਂ ਹੋਇਆਂ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ। ਕਹਿੰਦੇ ਭਾਈ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਜਿਹੜਾ ਰੱਬ ਤੁਹਾਡੇ ਅੰਦਰ ਬੈਠਾ ਜਿਹਨੂੰ ਤੁਸੀਂ ਸਵੇਰੇ ਯਾਦ ਕਰਦਿਆਂ ਹੋਇਆਂ ਇਹ ਯਾਦ ਕਰਦੇ ਸੀ ਕਿ ਮਾਲਕ ਜੇ ਮੈਂ ਜਪ ਰਿਹਾ ਤੇ ਤੂੰ ਜਪਾ ਰਿਹਾ, ਤੇ ਫਿਰ ਦਿਨੇ ਕੰਮ ਕਰਦਿਆਂ ਹਾਂ ਯਾਦ ਰੱਖੋ ਕਿ ਰੱਬ ਹੀ ਕੰਮ ਕਰਾ ਰਿਹਾ ਜਿਹਨੂੰ ਤੁਸੀਂ ਜਪ ਰਹੇ ਸੀ। ਐਸੀ ਅਵਸਥਾ ਨੂੰ
ਕਹਿੰਦੇ ਭਾਈ ਕਲਯੁਗ ਦੇ ਵਿੱਚ ਮਹਾਰਾਜ ਨੇ ਪ੍ਰਮਾਣਿਤ ਕੀਤਾ ਹੈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਜੀਵਨ ਵਿੱਚ ਕਹਿੰਦੇ ਭਣਤ ਨਾਨਕ ਬੂਝੈ ਕੋ ਵਿਚਾਰੀ, ਇਸ ਜਗ ਮੈਂ ਕਰਨੀ ਹੈ, ਇਸ ਜਗ ਮੈਂ ਕਰਨੀ ਸਾਰੀ, ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ। ਕਹਿੰਦੇ ਭਾਈ ਕਰਨੀ ਕੀਰਤ ਬਣ ਜਾਏ, ਜੀਵਨ ਦੇ ਜੋ ਤੁਸੀਂ ਕੰਮ ਕਰਦੇ ਹੋ ਕਰਦਿਆਂ ਹੋਇਆ ਰੱਬ ਕਰ ਰਿਹਾ ਕਰਕੇ ਉਹਦੇ ਵਿੱਚ ਰੱਤ ਕੇ ਕਰਨਾ। ਸੋ ਕਹਿੰਦੇ ਭਾਈ ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤਿ ਕੀਰਤ ਪਾਈਏ ਹਰ ਨਾਮਾ ਹਰ ਉਰਹਾਰ। ਸੋ ਆਓ ਇਸ ਸ਼ਬਦ ਨੂੰ ਫਿਰ ਵਿਚਾਰ ਕਰੋ ਕਿ ਜੀਵਨ ਵਿੱਚ ਕਹਿੰਦੇ ਜੈ ਘਰ ਕੀਰਤ ਆਖੀ ਹੈ, ਕਰਤੇ ਕਾ ਹੋਏ ਵਿਚਾਰੋ, ਕਿ ਜਿਸ ਘਰ ਦੇ ਵਿੱਚ ਕੀਰਤ ਆਖੀ ਜਾਵੇ, ਆਖਦਿਆਂ ਰੱਬ ਆਖਵਾ ਰਿਹਾ ਕਰਕੇ ਜਾਣਿਆ ਜਾਵੇ। ਕਹਿੰਦੇ ਕਰਤੇ ਦਾ ਕੇਵਲ ਵਿਚਾਰ ਹੋਵੇ, ਕਹਿੰਦੇ ਤਿਤ ਘਰ ਗਾਵੋ ਸੋਹਿਲਾ, ਉਸ ਘਰ ਦੇ ਵਿੱਚ ਰੱਬ ਦੇ ਜਸ ਨੂੰ ਗਾਉਣਾ ਕਰੋ, ਸੋਹਿਲੇ ਨੂੰ ਗਾਉਣਾ ਕਰੋ। ਅਸੀਂ ਕਹਿੰਦੇ ਜਿਸ ਵੇਲੇ ਕੋਈ ਬੰਦਾ ਕੰਮ ਕਰਕੇ ਕਹਿੰਦਾ ਰਹਿੰਦੇ ਮੈਂ ਕੀਤਾ ਜੀ, ਮੈਂ ਕੀਤਾ ਜੀ, ਆ ਵੀ ਮੈਂ ਕਰਤਾ ਜੀ, ਆ ਵੀ, ਅਸੀਂ ਕਹਿੰਦੇ ਆਪਣੇ ਸੋਹਲੇ ਗਾਈ ਜਾਂਦੇ, ਬੰਦੇ ਆਪਣੇ ਸੋਹਲੇ ਗਾ ਰਹੇ, ਰੱਬ ਦੇ ਨਹੀਂ ਗਾ ਰਹੇ। ਸੋ ਮਹਾਰਾਜ ਕਹਿੰਦੇ ਉਹਨੂੰ ਸਿਮਰੋ, ਸਿਮਰੋ ਸਿਰਜਣਹਾਰ, ਕਹਿੰਦੇ ਜਿਹੜਾ ਸਿਰਜਣਹਾਰ ਹੈ ਉਹਨੂੰ ਸਿਮਰਨਾ ਕਰੋ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਕਹਿੰਦੇ ਉਸ ਵੇਲੇ ਉਹ ਨਿਰਭਉ ਦਾ ਸੋਹਿਲਾ ਗਾ ਰਹੇ ਹੋ ਜਿਹੜਾ ਤੁਹਾਡੇ ਅੰਦਰ ਘਟ ਬੈਠਾ ਮਾਲਕ ਬੈਠਾ, ਉਹ ਆਪ ਨਿਰਭਉ ਹੈ। ਜਿਹਨੂੰ ਆਪਾਂ ਮੂਲ ਮੰਤਰ 'ਚ ਪੜ੍ਹਿਆ ਸੀ ਨਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਸ਼ਬਦ ਪੜ੍ਹਿਆ ਸੀ ਇੱਥੇ। ਕਹਿੰਦੇ ਆ ਜਿਹੜਾ ਸ਼ਬਦ ਨਿਰਭਉ ਪੜ੍ਹਿਆ ਹੈ ਇਹ ਮਾਲਕ ਦੀ ਆਪਣੀ ਅਵਸਥਾ ਹੈ, ਇਹਨੂੰ ਜਪਣਾ। ਨਿਰਭਉ ਜਪੇ ਸਗਲ ਭਉ ਮਿਟੇ। ਕਹਿੰਦੇ ਕੰਮ ਕਰਦਿਆਂ ਹੋਇਆ ਬੰਦਾ ਐਸੇ ਨਿਰਭਉ ਦੇ ਨਾਲ ਜਿਸ ਵੇਲੇ ਜੁੜਿਆ ਹੁੰਦਾ ਹੈ, ਕਹਿੰਦੇ ਉਹਦੇ ਸੋਹਲੇ ਗਾਉਂਦਾ ਹੁੰਦਾ ਹੈ। ਮਹਾਰਾਜ ਕਹਿੰਦੇ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ, ਕਹਿੰਦੇ ਜਿੱਥੇ ਫਿਰ ਆਪਣੇ ਹਉਮੈ ਨੂੰ ਵਾਰ ਦੇਣਾ। ਹਾਂ ਵਾਰੀ ਦਾ ਅਰਥ ਹੈ ਆਪਣੇ ਹਉਮੈ ਨੂੰ ਮਿਟਾ ਦੇਣਾ, ਆਪਣੀ ਮੈਂ ਨੂੰ ਮਿਟਾ ਦੇਣਾ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ, ਉਸ ਘਰ ਦੇ ਵਿੱਚ ਸੋਹਿਲਾ ਗਾਓ। ਕਹਿੰਦੇ ਹਾਂ ਵਾਰੀ ਜਿਤ ਸੋਹਿਲਾ, ਕਹਿੰਦੇ ਜਿਸ ਸੋਹਿਲੇ ਨੂੰ ਤੁਸੀਂ ਗਾ ਰਹੇ ਹੋ, ਕਹਿੰਦੇ ਜੇ ਕੰਮ ਕਰਦਿਆਂ ਹਾਂ ਤੁਸੀਂ ਜਰਾ ਵੀ ਖਿਆਲ ਕਰਦੇ ਨਾ ਮੈਂ ਕੁਛ ਕੀਤਾ, ਉਹਦਾ ਮਤਲਬ ਆਪਾਂ ਨੇ ਹਾਂ ਨਹੀਂ ਵਾਰੀ, ਆਪਣੀ ਹਉਮੈ ਨਹੀਂ ਮਿਟਾਈ। ਇਹ ਹਉਮੈ ਮਿਟਣੀ ਜ਼ਰੂਰੀ ਹੈ ਜਿਸ ਵੇਲੇ ਤੁਸੀਂ ਰੱਬ ਦਾ ਜਸ ਗਾ ਰਹੇ। ਜੇ ਤੁਸੀਂ ਰੱਬ ਦਾ ਜਸ ਗਾਉਂਦੇ ਹੋ ਫਿਰ ਇਹਨਾਂ ਵੀ ਕਹਿ ਦਿਓ ਕਿ ਮੈਂ ਜਪਿਆ ਸੀ ਜੀ, ਫਿਰ ਤੁਸੀਂ ਆਪਣੀ ਹਉਮੈ ਨਹੀਂ ਮਾਰੀ, ਆਪਾਂ ਧਿਆਨ ਹਉਮੈ ਮਿਟੀ ਨਹੀਂ ਹੈ। ਸੋ ਮਹਾਰਾਜ ਤਾਂ ਹੀ ਉਹ ਕਹਿੰਦੇ ਨੇ ਆਪਣੇ ਆਪ ਨੂੰ ਮਿਟਾਉਣਾ। ਕਹਿੰਦੇ ਕਬੀਰ ਜਾਨ ਦਿਨ ਹਾਂ ਮੂਆ ਪਾਛੇ ਪਿਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਸੋ ਆਪਣੀ ਹਉਮੈ ਨੂੰ ਮਾਰਨਾ, ਹਾਂ ਵਾਰੀ, ਹਾਂ ਵਾਰੀ ਦਾ ਅਰਥ ਕੇਵਲ ਮੈਂ ਕੁਰਬਾਨ ਜਾਣਾ ਨਹੀਂ ਕਰ ਦੇਣਾ ਅਰਥ। ਕਹਿੰਦੇ ਹਉਮੈ ਨੂੰ ਮਾਰਨਾ, ਹਾਂ ਨੂੰ ਵਾਰ ਦੇਣਾ। ਕਹਿੰਦੇ ਜਿਤ ਸੋਹਿਲਾ, ਜਿਹੜਾ ਸੋਹਿਲਾ ਤੁਸੀਂ ਗਾ ਰਹੇ ਹੋ, ਕਹਿੰਦੇ ਫਿਰ ਕਹਿੰਦੇ ਸਦਾ ਸੁਖ ਹੋਏ, ਕਹਿੰਦੇ ਫਿਰ ਸਦਾ ਸੁਖ ਹੁੰਦਾ। ਸੋ ਰਹਾਉ ਦੀ ਪੰਕਤੀ ਹੈ, ਇਸ ਦੇ ਇਰਦ ਗਿਰਦ ਸਾਰੇ ਸ਼ਬਦ ਨੇ ਚੱਲਣਾ ਹੈ। ਸੋ ਆਪਾਂ ਨੇ ਨਿਰਭਉ ਦਾ ਸੋਹਿਲਾ ਗਾਉਣਾ, ਜਿਹੜਾ ਘਟ ਬੈਠੇ ਮਾਲਕ ਹਨ, ਕੰਮ ਕਰਦਿਆਂ ਹੋਇਆ ਫਿਰ ਡਰ ਨਹੀਂ ਰਹਿੰਦਾ। ਕਹਿੰਦੇ ਨਿਡਰ ਉਹ ਰੱਬ ਆਪ ਕੰਮ ਕਰਦੇ ਹੁੰਦੇ ਨੇ ਆਪਣੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਹਉਮੈ ਨੂੰ ਵਾਰ ਦੇਣਾ। ਜੇ ਸੋਹਿਲਾ ਗਾ, ਜਿਸ ਘਰ ਵਿੱਚ ਤੁਸੀਂ ਸੋਹਿਲਾ ਗਾ ਰਹੇ ਹੋ, ਕਹਿੰਦੇ ਜਿਹਦਾ ਗਾ ਰਹੇ ਹੋ, ਕਹਿੰਦੇ ਫਿਰ ਸਦਾ ਸੁਖ ਹੋਏਗਾ, ਹਮੇਸ਼ਾ ਸੁਖ ਪ੍ਰਾਪਤ ਹੋਏਗਾ ਭਾਈ। ਨਿਤ ਨਿਤ ਜਿਹੜੇ ਸੰਭਾਲੀਆਂ ਦੇਖਾਏਗਾ ਦੇਵਨਹਾਰ, ਉਹ ਫਿਰ ਨਿਤਾ ਪ੍ਰਤੀ ਇਸ ਜੀ ਨੂੰ ਸੰਭਾਲਦਾ ਹੈ, ਉਹ ਆਪ ਦੇਖਦਾ ਹੈ। ਜਿਹੜਾ ਦੇਣਹਾਰ ਹੈ ਰੱਬ ਆਪਾਂ ਨੂੰ ਦਿੰਦਾ ਹੈ, ਜਿਹੜਾ ਕਹਿੰਦੇ ਕਦੋਂ ਦੇਣਾ ਉਹਨੂੰ ਆਪ ਪਤਾ ਹੈ। ਕਹਿੰਦੇ ਆਪਾਂ ਨੂੰ ਸੰਭਾਲ ਕੇ ਰੱਖਦਾ ਹੈ ਉਹ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ, ਕਹਿੰਦੇ ਤੇਰੇ ਦਿੱਤੇ ਹੋਏ ਦਾਨ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕਹਿੰਦੇ ਉਸ ਦਾਤੇ ਦੀ ਕੌਣ ਕੀਮਤ ਪਾ ਸਕਦਾ, ਕੌਣ ਉਸ ਨੂੰ ਸੰਵਾਰ ਸਕਦਾ, ਕੌਣ ਉਹਨੂੰ ਕਰੈਕਟ ਕਰ ਸਕਦਾ। ਕਹਿੰਦੇ ਉਹ ਇਤਨਾ ਵੱਡਾ ਮਾਲਕ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਦਾਨ ਇਤਨਾ ਕੁਛ ਦਿੱਤਾ ਹੋਇਆ ਉਹਨੇ ਆਪਾਂ ਨੂੰ, ਹੈ ਨਾ, ਸਰੀਰ ਦਾ ਸਭ ਕੁਛ ਦਿੱਤਾ, ਪਰ ਆਪਾਂ 99 ਦੇ ਚੱਕਰ 'ਚ ਪਏ ਹੁੰਦੇ। ਕਹਿੰਦੇ ਉਹ ਜਿਹੜਾ ਇੱਕ ਮਾਲਕ ਹੈ, ਕਹਿੰਦੇ ਉਹਨੂੰ ਭੁੱਲ ਜਾਂਦੇ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਸੰਵਤ ਸਾਹਾਂ ਲਿਖਿਆ ਮਿਲ ਕਰ ਪਾਵੋ ਤੇਲ, ਕਹਿੰਦੇ ਸਭ ਦਾ ਸੰਵਤ ਸਾਲ, ਕਹਿੰਦੇ ਸਾਹਾ ਲਿਖਿਆ ਹੋਇਆ। ਸਾਹਾ ਉਹਨੂੰ ਕਹਿੰਦੇ ਆ ਜਦੋਂ ਬੱਚੀ ਦਾ ਵਿਆਹ ਕਰਨ ਲੱਗਦੇ ਆ ਤੇ ਆਪਾਂ ਸਾਹਾ ਕੱਢਦੇ ਹਾਂ, ਸਾਹਾ। ਕਹਿੰਦੇ ਭਾਈ ਹੁਣ ਜਿਸ ਵੇਲੇ ਬੱਚੀ ਨੇ ਆਪਣੇ ਮਾਲਕ ਦੇ ਘਰੇ ਜਾਣਾ ਹੁੰਦਾ, ਖਸਮ ਦੇ ਘਰੇ ਜਾਣਾ ਹੁੰਦਾ, ਕਹਿੰਦੇ ਇਹਦਾ ਸਾਹਾ ਕੱਢੋ ਜੀ, ਸਾਹਾ। ਕਹਿੰਦੇ ਇਵੇਂ ਜ਼ਿਕਰ ਆਪਾਂ ਨੂੰ ਸਭਨਾ ਸਹੁਰੇ ਮੰਜਣਾ, ਸਭ ਮੁਕਲਾਵਨਹਾਰ, ਸਭ ਦਾ ਸਮੇਂ ਲਿਖਿਆ ਹੋਇਆ ਕਿ ਆਪਾਂ ਨੇ ਰੱਬ ਨਾਲ ਮਿਲਣਾ। ਆ ਜਿਹੜਾ ਮਨੁੱਖਾ ਦੇਹ ਮਿਲੀ ਹੈ ਭਈ ਪ੍ਰਾਪਤ ਮਾਨੁਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਘੱਟ ਬੈਠੇ ਮਾਲਕ ਨਾਲ ਮਿਲਣ ਵਾਸਤੇ ਇਹ ਸਮਤ ਆਪਣਾ ਸਾਹਾ ਲਿਖਿਆ ਹੋਇਆ ਹੈ। ਪਰ ਮਹਾਰਾਜ ਕਹਿੰਦੇ ਭਾਈ ਆਪਾਂ ਉਸ ਅੰਦਰ ਸਹਿਯੋਗ ਹੀ ਨਹੀਂ ਪਾਉਂਦੇ ਸੁਰਤ ਦਾ। ਆਪਾਂ
ਸੰਸਾਰੀ ਮਾਇਆ ਵੱਲ ਹੀ ਖਿਆਲ ਰਹਿੰਦਾ। ਕਹਿੰਦੇ ਆਪਾਂ ਨੇ ਸਹੁਰੇ ਘਰ ਜਾਣਾ, ਆਪਣੇ ਖਸਮ ਦੇ ਘਰ ਜਾਣਾ, ਕੰਤ ਦੇ ਘਰ ਜਾਣਾ, ਮਾਲਕ ਦੇ ਘਰ ਜਾਣਾ, ਇਹ ਖਿਆਲ ਹੀ ਨਹੀਂ ਆਉਂਦਾ। ਕਹਿੰਦੇ ਭਾਈ ਮਿਲ ਕਰ ਪਾਵੋ ਤੇਲ, ਕਹਿੰਦੇ ਆਪਣੀ ਸੁਰਤ ਨੂੰ ਕਹੋ, ਅੱਖਾਂ ਨੂੰ ਕਹੋ, ਇਹ ਨੇਤਰੋ ਮੇਰਿਓ ਹਰ ਬਿਨ ਮਾਰ ਕੇ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਆਏ। ਹਰੇਕ ਅੰਗ ਨੂੰ, ਸਰਵਨਾ ਨੂੰ, ਰਸਨਾ ਨੂੰ, ਸਰੀਰ ਨੂੰ, ਇਹ ਸਰੀਰਾ ਮੇਰੇ ਜਗ ਮੇ ਆਏ ਕਿ ਕਿਆ ਤੁਧ ਕਰਮ ਕਮਾਇਆ। ਕਹਿੰਦੇ ਹਰੇਕ ਅਵਸਥਾ ਨੂੰ ਕਹਿੰਦੇ ਭਾਈ ਉਹਦਾ ਸਹਿਯੋਗੀ ਬਣਾਓ, ਘੱਟ ਬੈਠੇ ਰੱਬ ਨੂੰ ਗਾਉਣ ਦਾ, ਉਸ ਘਰ ਜਾਣ ਵਾਸਤੇ ਤਿਆਰੀ ਕਰੋ। ਕਹਿੰਦੇ ਮਿਲ ਕਰ ਪਾਵੋ ਤੇਲ, ਸਾਰੇ ਮਿਲ ਕੇ ਕਹਿੰਦੇ ਭਾਈ ਸਹਿਯੋਗ ਦਿਓ। ਐ ਮੇਰੇ ਸੰਸਾਰ ਦੇ ਸਹਿਯੋਗੀਓ, ਸਰੀਰ ਦੇ ਅੰਗੋ, ਜਿਤਨੇ ਮੇਰੇ ਮਿੱਤਰੋ ਬਾਹਰ, ਕਹਿੰਦੇ ਸਾਰੇ ਕਹਿੰਦੇ ਭਾਈ ਇਹ ਸੰਬਤ ਸਾਹ ਜਿਹੜਾ ਸਭ ਦਾ ਲਿਖਿਆ ਹੋਇਆ ਰੱਬ ਨਾਲ ਮਿਲਣ ਦਾ, ਕਹਿੰਦੇ ਭਾਈ ਇਸ ਦਾ ਸਹਿਯੋਗ ਦੇਣਾ ਕਰੋ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਐ ਮੇਰੇ ਸੱਜਣੋ, ਕਹਿੰਦੇ ਮੈਨੂੰ ਅਸੀਸਾਂ ਦਿਓ, ਕਹਿੰਦੇ ਜਿਹਦੇ ਨਾਲ ਘੱਟ ਬੈਠੇ ਮਾਲਕ ਦੇ, ਕਹਿੰਦੇ ਭਾਈ ਸਾਹਿਬ ਨਾਲ ਮੇਰਾ ਮੇਲ ਹੋ ਜਾਏ, ਇੱਕਮਿਕ ਹੋ ਜਾਏ, ਮੇਰੇ ਅੱਖਾਂ ਕੰਨ ਇੰਦਰੇ ਸਾਰੇ ਘੱਟ ਬੈਠੇ ਮਾਲਕ ਨਾਲ ਇੱਕ ਹੋ ਜਾਣ, ਐਸਾ ਸੀਸ ਦਿਓ ਐ ਮੇਰੇ ਸੱਜਣੋ, ਐ ਮੇਰੇ ਮਿੱਤਰੋ। ਫਿਰ ਆਪਾਂ ਆਏ ਖਿਆਲ ਕਰੋ ਕਿ ਗੁਰੂ ਮੇਰਾ ਸਭ ਤੋਂ ਵੱਡਾ ਸੱਜਣ ਹੈ, ਜਿਹੜਾ ਮੇਰੇ ਨਾਲ ਜਦੋਂ ਆਪਾਂ ਬਾਣੀ ਪੜ੍ਹ ਰਹੇ ਹਾਂ, ਕਹਿੰਦੇ ਇਸ ਤੋਂ ਜਿਸ ਵੇਲੇ ਆਪਾਂ ਗੁਰ ਲੈ ਰਹੇ ਹਾਂ, ਇਹ ਸਭ ਤੋਂ ਵੱਡਾ ਆਪਣਾ ਮਿੱਤਰ ਹੈ, ਇਹ ਤੋਂ ਸੀਸਾਂ ਲਓ। ਕਹਿੰਦੇ ਜਿਹਦੇ ਨਾਲ ਆਪਣਾ ਸਾਹਿਬ ਨਾਲ ਮੇਲ ਹੋ ਜਾਏ, ਘੱਟ ਬੈਠੇ ਮਾਲਕ ਨਾਲ ਮੇਲ ਹੋ ਜੇ। ਦਿਓ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਕਹਿੰਦੇ ਨਿਤ ਹਮੇਸ਼ਾ ਰੱਬ ਦੇ ਘਰ ਦਾ ਸੱਦਾ ਆਉਂਦਾ, ਆਪਾਂ ਨੂੰ ਰੱਬ ਨੂੰ ਯਾਦ ਕਰਨ ਦਾ ਆਪਾਂ ਨੂੰ ਸੱਦਾ ਆਉਂਦਾ। ਕਹਿੰਦੇ ਇਹ ਹਰੇਕ ਘਰ ਦੇ ਵਿੱਚ ਪਹੁੰਚਾ ਆ ਰਿਹਾ। ਸਮਝੋ ਜਦੋਂ ਆਪਾਂ ਨੂੰ ਥੋੜ੍ਹੀ ਜਿਹੀ ਯਾਦ ਆਵੇ ਤੇ ਸਮਝੋ ਆਪਾਂ ਨੂੰ ਘੱਟ ਬੈਠੇ ਮਾਲਕ ਨੇ ਪਹੁੰਚਾ ਭੇਜਿਆ, ਉਹਨੇ ਆਪਣਾ ਸੰਦੇਸ਼ਾ ਭੇਜਿਆ। ਇਸ ਹਰੇਕ ਘਰ ਦੇ ਵਿੱਚ ਘੱਟ ਬੈਠੇ ਮਾਲਕ ਦਾ ਸੱਦਣਾ ਆਉਂਦਾ ਹੈ, ਹਰੇਕ ਘਰ ਦੇ ਵਿੱਚ। ਯਾਦ ਰੱਖਣਾ ਸਰੀਰ ਦਾ ਮਰਨਾ, ਕੱਲ ਆਪਾਂ ਸਰੀਰ ਦੇ ਮਰਨ ਦੀ ਜ਼ਿਆਦਾ ਪੂਰਨ ਤੌਰ ਤੇ ਬਾਹਰੀ ਸਰੂਪ ਦਾ ਗੱਲ ਕੀਤੀ। ਇਹ ਤਾਂ ਟਿਕਦਾ ਜੇ ਮਨ ਮਰਨ ਨੂੰ ਤਿਆਰ ਹੋਵੇ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਹੇ ਕੈਸੇ ਹਰ ਪਾਏ। ਜਦੋਂ ਤੱਕ ਮਨ ਨਾ ਮਰੇ ਪਰ ਸਰੀਰ ਮਰ ਜੇ, ਇਹ ਅਧੂਰਾ ਮਰਨਾ ਹੁੰਦਾ। ਸੋ ਮਨ ਦਾ ਮਰਨਾ ਇਜ਼ ਵੈਰੀ ਇੰਪੋਰਟੈਂਟ, ਬਹੁਤ ਜ਼ਰੂਰੀ ਹੈ। ਸੋ ਮਹਾਰਾਜ ਕਹਿੰਦੇ ਹਨ ਭਾਈ ਘੱਟ ਬੈਠੇ ਮਾਲਕ ਦੀ ਯਾਦ ਵਿੱਚ ਹੀ ਮਨ ਮਰਦਾ ਹੈ, ਧਿਆਨ ਰੱਖਣਾ। ਸੋ ਘੱਟ ਬੈਠੇ ਮਾਲਕ ਦੀ ਯਾਦ ਵਿੱਚ ਆਪਣੇ ਆਪ ਨੂੰ ਮਿਟਾਉਣਾ, ਗਵਾਉਣਾ। ਕਹਿੰਦੇ ਭਾਈ ਇਹ ਨਿੱਤ ਪ੍ਰਤੀ ਜਿਸ ਵੇਲੇ ਆਪਣੇ ਮਨ 'ਚ ਥੋੜ੍ਹਾ ਜਿਹਾ ਵੀ ਔਖੇ ਹੁੰਦੇ ਆ ਤੇ ਰੱਬ ਦੀ ਯਾਦ ਆਉਂਦੀ ਹੈ ਨਾ ਬਹੁਤ। ਜਿਸ ਵੇਲੇ ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨਾ ਹੋਈ, ਕਹਿੰਦੇ ਦੁੱਖ ਦਾਰੂ ਬਣ ਜਾਂਦਾ। ਫਿਰ ਉਸ ਵੇਲੇ ਤਕਲੀਫ ਵਿੱਚ ਰੱਬ ਯਾਦ ਆਉਂਦਾ ਹੈ। ਇਹ ਵੀ ਸਮਝੋ ਰੱਬ ਦਾ ਇੱਕ ਸੱਦਾ ਹੈ। ਜਦੋਂ ਆਪਾਂ ਨੂੰ ਰੱਬ ਦੀ ਥੋੜ੍ਹੀ ਜਿਹੀ ਯਾਦ ਆਵੇ, ਸਮਝੋ ਰੱਬ ਨੇ ਆਪਾਂ ਨੂੰ ਸੱਦਾ ਭੇਜਿਆ। ਕਹਿੰਦੇ ਸੱਦਨਹਾਰਾ ਸਿਮਰੀਏ, ਨਾਨਕ ਸੇ ਦੇਹ ਆਵਨ। ਕਹਿੰਦੇ ਉਹ ਸੱਦਨਹਾਰ ਨੂੰ ਸਿਮਰੋ, ਮੇਰੇ ਮਾਲਕ ਮੇਰੇ ਤੇ ਐਸੀ ਕਿਰਪਾ ਕਰੋ ਜਦੋਂ ਤੁਸੀਂ ਥੋੜ੍ਹਾ ਜਿਹਾ ਯਾਦ ਭੇਜੋ ਤੇ ਮੇਰਾ ਮਨ ਤੇਰੇ ਨਾਲ ਜੁੜਨ ਵਾਸਤੇ ਤਿਆਰ ਹੋ ਜਾਏ, ਮੇਰਾ ਮਨ ਤੇਰੇ ਵਿੱਚ ਮਿਟਣ ਨੂੰ ਤਿਆਰ ਹੋ ਜਾਏ। ਜੇ ਮਨ ਮਰ ਜਾਏ, ਸਰੀਰ ਕਰਕੇ ਮਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ। ਜਿਹੜਾ ਬੰਦਾ ਸਰੀਰ ਕਰਕੇ ਮਰਨ ਦੀ ਕੋਸ਼ਿਸ਼ ਕਰਦਾ ਪਰ ਮਨ ਕਰਕੇ ਨਾ ਮਰੇ, ਉਹ ਭਟਕਦਾ, ਉਹ ਪੂਰਾ ਮਰਨ ਨਹੀਂ ਹੈ। ਸੋ ਸੱਚੇ ਪਾਤਸ਼ਾਹ ਜੀ ਦਾ ਇਹ ਦੋ ਗੱਲਾਂ ਯਾਦ ਰੱਖਣੀਆਂ ਕਿ ਜੀਵਨ ਜਿਹੜਾ ਮਨ ਕਰਕੇ ਮਰਨ ਨੂੰ ਰਾਜੀ ਹੋ ਜਾਏ, ਉਹਨੇ ਮਰਨਾ ਕਬੂਲ ਲਿਆ। ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ, ਜੀਵਨ ਕੀ ਛਡਾਸ, ਉਹ ਸਭਨਾ ਕੀ ਰੇਨਕਾ ਤਾ ਆਓ ਹਮਾਰੇ ਪਾਸ। ਜਿੱਥੇ ਮਹਾਰਾਜ ਕਹਿੰਦੇ ਜਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮरूं ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨੀ ਰਾਮ ਨਾ ਜਾਣੇ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋ। ਕਹਿੰਦੇ ਭਾਈ ਐਸੀ ਅਵਸਥਾ ਨੂੰ ਜੀਵਨ 'ਚ ਕਹਿੰਦੇ ਭਾਈ ਮਰਨਾ ਕਹਿੰਦੇ। ਕਹਿੰਦੇ ਐਸਾ ਰੱਬ ਦਾ ਜਿਸ ਵੇਲੇ ਸੱਦਾ ਆਪਾਂ ਨੂੰ ਆਉਂਦਾ ਹੋਵੇ, ਕਹਿੰਦੇ ਉਸ ਨੂੰ ਸਿਮਰੋ ਸੱਦਨਹਾਰ, ਕਹਿੰਦੇ ਉਹਨੂੰ ਭੁੱਲਿਓ ਨਾ। ਕਹਿੰਦੇ ਐਸੀ ਅਸੀਸਾਂ ਲਓ, ਕਹਿੰਦੇ ਨਾਨਕ ਸੇ ਦੇਹ ਆਵਨ। ਜਿਸ ਵੇਲੇ ਮੇਰੇ ਮਾਲਕ ਤੂੰ ਆਪਣੀ ਯਾਦ ਭੇਜੇ ਤੇ ਮੇਰਾ ਮਨ ਤੇਰੇ ਨਾਲ ਜੁੜਨ ਨੂੰ ਤਿਆਰ ਹੋ ਜਾਏ, ਇੱਕ ਮਿੰਟ ਹੋ ਜਾਏ। ਸੋ ਆਓ ਹੁਣ ਅਗਲੇ ਸ਼ਬਦ ਤੇ ਸੁਰਤ ਨੂੰ ਲੈ ਕੇ ਜਾਈਏ। ਕਹਿੰਦੇ ਭਾਈ ਰਾਗ ਆਸਾ ਮਹੱਲਾ ਪਹਿਲਾ, 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਰਹਾਓ ਵਸਵੇ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਹੁ ਹੋਆ। ਸੂਰਜ ਏਕੋ ਰੁੱਤ ਅਨੇਕ,
ਨਾਨਕ ਕਰਤੇ ਕੇ ਕਿਤੇ ਵੇਸ। ਇਸ ਸ਼ਬਦ ਵਿੱਚ ਮਹਾਰਾਜ ਅਨੇਕਾਂ ਸਰੂਪਾਂ ਦੇ ਵਿੱਚ ਇੱਕ ਰੱਬ ਦਾ ਰੂਪ ਦਰਸਾਉਣ ਦੀ ਕੋਸ਼ਿਸ਼ ਕਰ ਰਹੇ। ਮਹਾਰਾਜ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੇਰਾ ਮਾਲਕ ਇਹ ਹਰੇਕ ਵਿੱਚ ਵਰਤਦਾ ਹੈ। ਇਹ ਜਿਤਨੇ ਸੰਸਾਰ ਦੇ ਵਿੱਚ ਲੋਕਾਂ ਨੇ ਗਿਆਨ ਰਚੇ ਹਨ, ਮਹਾਰਾਜ ਕਹਿਣਗੇ ਭਾਈ 6 ਸ਼ਬਦ ਆਰੰਭ ਹੋ ਰਿਹਾ। ਪਹਿਲਾਂ ਰਾਗ ਆਸਾ ਮਹੱਲਾ ਪਹਿਲਾ। ਗੁਰੂ ਨਾਨਕ ਸੱਚੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ। ਕਹਿੰਦੇ 6 ਘਰ 6 ਗੁਰ 6 ਉਪਦੇਸ਼। ਸੰਸਾਰ ਦੇ ਵਿੱਚ ਲੋਕਾਂ ਨੇ ਅਨਮਤੀਆਂ ਦੇ ਜਿਹੜੇ ਰੱਬ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਸੀ, ਯਾਨੀ ਇਸ ਸਿੱਖ ਮਤ ਤੋਂ ਹਟ ਕੇ, ਯਾਨੀ ਇਸ ਕਿਰਿਆ ਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਪਾਂ ਨਿਰਧਾਰਿਤ ਰੱਖਦੇ ਹਾਂ, ਪਰ ਉਪਦੇਸ਼ ਸਾਰਿਆਂ ਵਾਸਤੇ ਹੈ। ਧਿਆਨ ਰੱਖਣਾ, ਜਿਹੜੇ ਰੱਬ ਨੂੰ ਗਾਉਂਦੇ ਸਨ, ਰੱਬ ਦੀ ਭਗਤੀ ਹੁਣੇ ਤੋਂ ਸ਼ੁਰੂ ਨਹੀਂ ਹੋਈ, ਜਦੋਂ ਤੋਂ ਸ੍ਰਿਸ਼ਟੀ ਰਚੀ ਗਈ ਉਦੋਂ ਤੋਂ ਆਰੰਭ ਹੈ। ਧਿਆਨ ਰੱਖਣਾ, ਉਦੋਂ ਤੋਂ ਰੱਬ ਨੂੰ ਯਾਦ ਕਰਦੇ ਨੇ। ਉਹਨਾਂ ਨੇ ਐਸੀ ਅਵਸਥਾ ਦੇ ਵਿੱਚ ਇਹ 6 ਉਹਨਾਂ ਦੇ ਸ਼ਾਸਤਰ ਸਨ, ਸ਼ਾਂਖ, ਨਿਆਏ, ਵਿਸ਼ੇਸ਼ਕ, ਯੋਗ ਸ਼ਾਸਤਰ, ਮੀਮਾਂਸਾ, ਵਿਦਾਂਤ। ਇਹ 6 ਸ਼ਾਸਤਰਾਂ ਦੇ 6 ਹੀ ਉਹਨਾਂ ਦੇ ਕਰਤੇ ਸਨ। ਕਹਿੰਦੇ ਭਾਈ ਉਸ ਇਹਨਾਂ 6 ਸ਼ਾਸਤਰਾਂ ਦੇ ਆਪਣੇ ਗੁਰ ਸਨ, ਜੁਗਤ ਸਨ। ਉਹ ਜੁਗਤੀਆਂ ਦੇ ਜਿਹੜੇ ਬਣਾਉਣ ਵਾਲੇ ਕਹਿੰਦੇ ਭਾਈ ਸ਼ਾਸਤਰਕਾਰ ਸਨ, ਜਿਵੇਂ ਸ਼ਾਂਖ ਦੇ ਕਪਲ ਮੁਨੀ ਜੀ, ਨਿਆਏ ਨੂੰ ਗੌਤਮ ਰਿਸ਼ੀ ਨੇ ਲਿਖਣਾ ਕੀਤਾ ਹੈ ਨਾ, ਵਿਸ਼ਾਸ਼ਕ ਜਿਹੜੇ ਗ੍ਰੰਥ ਹੈ ਉਸ ਨੂੰ ਕਨਦ ਰਿਸ਼ੀ ਨੇ ਲਿਖਣਾ ਕੀਤਾ, ਯੋਗ ਸ਼ਾਸਤਰ ਪਤੰਜਲੀ ਨੇ ਲਿਖਣਾ ਕੀਤਾ ਰਿਸ਼ੀ ਜੀ ਨੇ। ਕਹਿੰਦੇ ਮੀਮਾਂਸਾ ਜੈਮਨੀ ਰਿਸ਼ੀ ਜੀ ਨੇ ਲਿਖਣਾ ਕੀਤਾ, ਵਿਦਾਂਤ ਰਿਸ਼ੀ ਜਿਹੜੇ ਵੇਦ ਵਿਆਸ ਸਨ ਇਹਨਾਂ ਨੇ ਲਿਖਣਾ ਕੀਤਾ। ਐਸੇ 6 ਘਰ ਇਹਨਾਂ ਦੇ ਬਣਾਏ ਹੋਏ ਨੇ, ਜਿਹੜੇ ਵਿਦਾਂਤਾਂ ਦੇ ਸ਼ਾਸਤਰ ਸਨ। ਇਹਨਾਂ ਨੂੰ ਚਲਾਉਣ ਵਾਲੇ ਇਹਨਾਂ ਦੇ ਵੱਖਰੇ ਸਕੂਲ ਆਫ ਥਾਟ ਸਨ। ਇਹ ਲਿਖਣ ਵਾਲਿਆਂ ਦਾ ਜਿਹੜਾ ਭਾਵ ਸੀ, ਦਿਖਾਉਣ ਵਾਲਾ ਰੱਬ ਇੱਕੋ ਹੀ ਸੀ। ਉਹਨਾਂ ਦਾ ਭਾਵ ਰੱਬ ਨਾਲ ਮਿਲਣ ਦਾ, ਯੋਗ ਬਣਾਉਣ ਦਾ ਇੱਕ ਆਪਣਾ ਖਿਆਲ ਸੀ। ਸੋ ਮਹਾਰਾਜ ਕਹਿੰਦੇ ਗੁਰ ਗੁਰ ਏਕੋ ਵੇਸ ਅਨੇਕ। ਕਹਿੰਦੇ ਭਾਈ ਇਹਨਾਂ ਦਾ ਜਿਹੜਾ ਭੇਦ ਸੀ ਨਾ, ਜੁਗਤ ਜਿਹਦੇ ਵੱਲ ਉਹ ਧਿਆਨ ਦਿਵਾਉਣਾ ਚਾਹੁੰਦੇ ਸੀ, ਕਹਿੰਦੇ ਭਾਈ ਚਾਹੇ ਅੰਦਰ ਦੁਆਰੇ ਸੀ, ਚਾਹੇ ਬਾਹਰ, ਅੰਤਰ ਬਾਹਰ, ਧਿਆਨ ਰੱਖਣਾ, ਚਾਹੇ ਨਿਰਾਕਾਰ ਦਾ ਚਾਹੇ ਆਕਾਰ ਦਾ, ਕਹਿੰਦੇ ਭਾਈ ਉਹ ਇੱਕੋ ਹੀ ਰੱਬ ਦਾ ਵੇਸ ਸੀ। ਕਹਿੰਦੇ ਉਹਦੇ ਅਨੇਕਾਂ ਰੂਪ ਵੱਖਰੇ ਨੇ, ਹੈ ਨਾ, ਇੱਕ ਰੱਬ ਦੇ ਹੀ ਇਹ ਅਨੇਕਾਂ ਸਰੂਪ ਨੇ। ਮਹਾਰਾਜ ਤਾਈਓ ਕਹਿੰਦੇ ਨੇ ਭਾਈ ਏਕ ਹੈ, ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਤਾਈਓ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿੱਚ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਕਹਿੰਦੇ ਐਸੇ ਅਸੰਖ ਸੰਸਾਰ ਦੇ ਵਿੱਚ ਰੱਬ ਨੂੰ ਯਾਦ ਕਰਨ ਦੇ, ਕਹਿੰਦੇ ਰੱਬ ਦੇ ਨਾਲ ਜੋੜਨ ਦੇ ਲੋਕਾਂ ਨੇ ਰਾਸਤੇ ਚਲਾਏ ਸਨ। ਉਹਨਾਂ ਦਾ ਜੁਗਤ ਇੱਕੋ ਹੀ ਸੀ। ਧਿਆਨ ਰੱਖਣਾ, ਕਹਿੰਦੇ ਭਾਈ ਉਹ ਰੱਬ ਆਪ ਹੀ ਕਰਵਾਉਂਦਾ ਸੀ। ਰੱਬ ਦਾ ਇੱਕ ਭੇਦ ਸੀ ਉਹਨਾਂ ਦੇ ਵਿੱਚੋਂ ਜਿਹੜਾ ਉਹ ਲਿਖਦੇ ਸੀ, ਰੱਬ ਰਖਾਉਂਦਾ ਸੀ। ਕਹਿੰਦੇ ਇਹ ਇੱਕੋ ਹੀ ਰੱਬ ਦੇ ਅਨੇਕਾਂ ਵੇਸ ਹਨ। ਹੁਣ ਇਹਦਾ ਉਦਾਹਰਨ ਦੇਣਗੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਬਾਬਾ ਜੈ ਘਰ ਕਰਤੇ ਕੀਰਤ ਹੋਏ। ਕਹਿੰਦੇ ਗੱਲ ਤਾਂ ਇਤਨੀ ਹੈ ਕਿ ਐ ਮਾਲਕ, ਕਹਿੰਦੇ ਜਿਸ ਘਰ ਦੇ ਵਿੱਚ ਕਰਤੇ ਦੀ ਕੀਰਤ ਹੋਵੇ, ਉਹੀ ਜਿਹੜੀ ਆਪਾਂ ਪਹਿਲਾਂ ਸ਼ਬਦ ਵਿੱਚ ਵਿਚਾਰ ਕੀਤੀ ਹੈ, ਕਹਿੰਦੇ ਕੀਰਤ ਕਰਦੇ ਹਾਂ, ਕਹਿੰਦੇ ਕਰਤੇ ਨੂੰ ਵਿਚਾਰੋ ਕਿਹਾ ਸੀ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਇੱਥੇ ਮਹਾਰਾਜ ਕਹਿੰਦੇ ਭਾਈ ਜੈ ਘਰ ਕਰਤੇ ਕੀਰਤ ਹੋਏ। ਕਹਿੰਦੇ ਜਿਸ ਘਰ ਦੇ ਵਿੱਚ ਕਹਿੰਦੇ ਕਰਤੇ ਦੀ ਕੀਰਤ ਹੋਵੇ, ਯਾਨੀ ਕਿਰਤ ਕਰਦਿਆਂ ਹਾਂ ਉਹਦੇ ਨਾਲ ਰੱਤ ਕੇ ਉਹਦਾ ਜਸ ਗਾਇਆ ਜਾਵੇ ਕਰਤੇ ਦਾ। ਇਹਨਾਂ ਦਾ ਮਤਲਬ ਇਤਨਾ ਹੀ ਸੀ। ਲੋਕ ਉਸ ਗਿਆਨ ਦੇ ਵੱਖਰੇ ਵੱਖਰੇ ਸ਼ਾਸਤਰਾਂ ਦੇ ਪ੍ਰਣਾਲੀਆਂ ਦੇ ਵਿੱਚ ਉਲਝ ਗਏ, ਉਸ ਕਰਤੇ ਦੀ ਕੀਰਤ ਨੂੰ ਭੁੱਲ ਗਏ। ਧਿਆਨ ਰੱਖਣਾ। ਸੋ ਮਹਾਰਾਜ ਨੇ ਇਸ ਗੱਲ ਨੂੰ ਸੰਕੋਚਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਕੇਵਲ ਕਰਤੇ ਦੀ ਕੀਰਤ ਗਾਉਣੀ। ਤੁਸੀਂ ਕਿਰਤ ਕਰਦਿਆਂ ਹੈ, ਚਾਹੇ ਕਰਮ ਕੋਈ ਵੀ ਕਰ ਰਿਹਾ, ਸੰਸਾਰ ਦਾ ਕਿਸੇ ਕਿਰਤ ਵਿੱਚ ਤੁਸੀਂ ਪਏ ਹੋਏ ਹੋ, ਉਸ ਦੇ ਕਰਮ ਨੂੰ ਤੁਸੀਂ ਨਿਭਾਉਂਦੇ ਹੋਵੋ, ਪਰ ਕੀਰਤ ਗਾਉਂਦਿਆਂ ਹੋਇਆ ਤੁਸੀਂ ਉਸ ਕਰਮ ਨੂੰ ਕਮਾਓ। ਮਹਾਰਾਜ ਕਹਿੰਦੇ ਇਹ ਕਲਯੁਗ ਵਿੱਚ ਰੱਬ ਦਾ ਨਾਮ ਜਪਣਾ ਹੈ, ਇਹ ਜਪਣਾ। ਸੋ ਮਹਾਰਾਜ ਕਹਿੰਦੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਉਸ ਘਰ ਦੇ ਵਿੱਚ ਮੈਨੂੰ ਰੱਖਣਾ ਕਰ ਮੇਰੇ ਮਾਲਕ, ਜਿਹਦੇ ਵਿੱਚ ਕਹਿੰਦੇ ਭਾਈ ਤੇਰੀ ਵਡਿਆਈ ਹੈ, ਤੇਰੀ ਵਡਿਆਈ। ਸੋ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਜੀਵਨ ਦਾ ਸੁੱਖ ਤਾਂ ਹੀ ਰਹਿਣਾ ਜਿਹੜਾ ਤੁਸੀਂ ਕਿਰਤ ਕਰ ਰਹੇ ਹੋ, ਉਸ ਨੂੰ
ਕਿਰਤ ਕਰਦਿਆਂ ਹੋਇਆਂ ਕੀਰਤ ਨੂੰ ਗਾਉਣਾ ਭੁੱਲੋ ਨਾ। ਕਿਰਤ ਦੇ ਕਰਮ ਨੂੰ ਕਮਾਉਂਦਿਆਂ ਹੋਇਆਂ ਕਹਿੰਦੇ ਭਾਈ ਕੀਰਤ ਗਾਉਣੀ, ਰੱਬ ਦਾ ਜਸ ਗਾਉਣਾ, ਰੱਬ ਦਾ ਨਾਮ ਜਪਣਾ ਹੈ। ਇਸ ਘਰ ਦੇ ਵਿੱਚ ਆਪਣੇ ਆਪ ਨੂੰ ਰੱਖਣਾ ਕਰੋ। ਰੱਬ ਰਾਖ ਰਖਾਉਂਦਾ ਤਾਂ ਆਪਾਂ ਰਹਿ ਸਕਦੇ ਹਾਂ। ਉਸ ਘਰ ਦੇ ਵਿੱਚ ਹੀ ਮਾਲਕ ਦੀ ਵਡਿਆਈ ਹੋ ਸਕਦੀ ਹੈ। ਉਸ ਘਰ ਸੋ ਘਰ ਰਾਖ ਵਡਾਈ ਤੋਏ, ਉਸ ਘਰ ਵਿੱਚ ਮੈਨੂੰ ਰੱਖਣਾ ਕਰ ਮੇਰੇ ਮਾਲਕ, ਜਿਹਦੇ ਵਿੱਚ ਤੇਰੀ ਵਡਿਆਈ, ਘੱਟ ਬੈਠੇ ਮਾਲਕ ਦੀ ਵਡਿਆਈ ਹੈ। ਨਹੀਂ ਤਾਂ ਲੋਕਾਂ ਨੇ ਕਹਿਣਾ ਕਿਹਦਾ ਸਿੱਖ ਸੀ, ਧਿਆਨ ਰੱਖਣਾ। ਕਹਿੰਦੇ ਆਪਾਂ ਸਿੱਖ ਰੱਬ ਦੇ ਹਾਂ ਸਾਰੇ। ਰੱਬ ਨਾਲ ਜੁੜਨ ਵਾਸਤੇ, ਗੁਰੂ ਦੇ ਗੁਰ ਨੂੰ ਲੈਣ ਵਾਸਤੇ ਗੁਰ ਸਿੱਖ ਰਹੇ। ਇਹ ਰੱਬ ਦੀ ਬਾਣੀ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੇ ਤੂੰ ਰਾਖੇ। ਸੋ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਹੁਣ ਮਹਾਰਾਜ ਸਾਰੇ ਸਮੇਂ ਦਾ ਵਿਸ਼ੇਸ਼ ਤੌਰ ਦੇ ਉੱਤੇ ਮਹਾਰਾਜ ਉਹਨਾਂ ਦੀ ਵੰਡ ਕਰਕੇ ਦੱਸਣਗੇ। ਕਹਿੰਦੇ ਵਿਸਵੇ ਚਸਿਆ ਘੜੀਆ ਪਹਿਰਾ, ਥਿੱਥੀ ਵਾਰੀ ਮਹੁ ਹੁਆ। ਕਹਿੰਦੇ ਵਿਸਵੇ ਕਿਹਨੂੰ ਕਹਿ ਰਿਹਾ? ਕਹਿੰਦੇ ਅੱਖਾਂ ਦਾ 15 ਵਾਰ ਜਿਸ ਵੇਲੇ ਤੁਸੀਂ ਪਲਕਾਂ ਦਾ ਫੋਰ ਨੂੰ ਤੇਜ਼ੀ ਨਾਲ ਘੁਮਾ ਬੰਦ ਕਰੋ ਨਾ, ਕਹਿੰਦੇ 15 ਵਾਰ ਕਰੋ ਤਾਂ ਇੱਕ ਵਿਸਾ ਹੁੰਦਾ, ਇੱਕ ਵਿਸਾ। ਕਹਿੰਦੇ ਐਸੇ 15 ਵਿਸਵੇ ਦਾ ਇੱਕ ਚੱਸਾ ਬਣਦਾ, ਇੱਕ ਚੱਸਾ। ਐਸੇ 30 ਚੱਸਿਆਂ ਦਾ ਇੱਕ ਪਲ ਬਣਦਾ, ਐਸੇ 60 ਪਲਾਂ ਦੇ ਇੱਕ ਘੜੀ, ਐਸੇ 7.5 ਘੜੀਆਂ ਦਾ ਇੱਕ ਪਹਿਰ। ਧਿਆਨ ਰੱਖੋ, ਉਹ ਸਾਡੋ ਲਿਖਿਆ ਗਿਆ ਉੱਥੇ 7.5 ਘੜੀਆਂ ਦਾ ਇੱਕ ਪਹਿਰ, ਤਕਰੀਬਨ 8 ਘੜੀਆਂ ਦਾ ਸਮਝ। ਕਹਿੰਦੇ 8 ਪਹਿਰ ਦਾ ਇੱਕ ਦਿਨ, 15 ਥਿੱਤਾਂ ਦੇ ਕਹਿੰਦੇ ਫਿਰ 7 ਵਾਰ। ਧਿਆਨ ਰੱਖਣਾ, ਕਹਿੰਦੇ 7 ਵਾਰ 15 ਦਿਨਾਂ ਦਾ, ਥਿੱਤਾਂ ਕਹਿੰਦੇ ਜਿਹਨਾਂ ਆਪਾਂ ਕਹਿੰਦੇ 15 ਥਿੱਤਾਂ। ਧਿਆਨ ਰੱਖਣਾ, ਐ 7 ਵਾਰ ਹਫ਼ਤੇ ਦੇ ਦਿਨ, ਫਿਰ 12 ਮਹੀਨਿਆਂ ਦੇ ਕਹਿੰਦੇ ਭਾਈ, ਫਿਰ 6 ਰੁੱਤਾਂ ਐ ਸੰਸਾਰ ਦੇ ਵਿੱਚ ਬਣਦੀਆਂ। ਕਹਿੰਦੇ ਜੀਵਨ ਵਿੱਚ ਐ 12 ਸਾਲਾਂ ਦਾ ਇੱਕ ਕੁੰਭ, ਇਸ ਤਰ੍ਹਾਂ ਜ਼ਿਕਰ ਆਉਂਦਾ ਸਮੇਂ ਦਾ। ਕਹਿੰਦੇ ਐ ਵੱਖਰੇ ਵੱਖਰੇ ਸਮੇਂ ਨੂੰ ਕਹਿੰਦੇ ਜੀਵਨ ਵਿੱਚ ਜੇ ਤੁਸੀਂ ਵੰਡ ਵੀ ਦੇਵੋ, ਕਹਿੰਦੇ ਇਹ ਸਾਰੇ ਸਮੇਂ ਕਿਤੇ ਟਿਕੇ ਹੋਏ ਨੇ। ਕਹਿੰਦੇ ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਵੇਸ। ਜਿਵੇਂ ਇੱਕ ਸੂਰਜ ਦਾ ਹੀ ਸਾਰਾ ਇੱਕ ਸਮੇਂ ਡਿਵਾਈਡ ਕੀਤਾ ਹੈ, ਸੂਰਜ ਦੇ ਹੀ ਕਹਿੰਦੇ ਚੱਕਰ ਦੇ ਉੱਤੇ ਸਾਰਾ ਇਹ ਸਮੇਂ ਬੰਨਿਆ ਜਾਂਦਾ ਹੈ। ਧਿਆਨ ਰੱਖਣਾ, 365 ਦਿਨ ਜਿਹੜੇ ਗਿਣਦੇ ਆਪਾਂ ਸਾਲ ਦੇ, ਕਹਿੰਦੇ ਭਾਈ ਉਹਨੂੰ ਡਿਵਾਈਡ ਕੀਤਾ ਹੈ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਥੀ ਵਾਰੀ ਮਹੁ। ਮਹੁ ਕਹਿੰਦੇ ਨੇ ਭਾਈ ਮਹੀਨੇ ਨੂੰ। ਕਹਿੰਦੇ ਐਸੀ ਅਵਸਥਾ ਜੀਵਨ ਦੀ, ਜਿਵੇਂ ਸਮੇਂ ਨੂੰ ਇੱਕ ਸੂਰਜ ਤੋਂ ਕਿੰਨਾ ਸਮੇਂ ਦੇ ਦੇਖੋ ਛੋਟੇ ਚੀਜ਼ਾਂ ਵੰਡੀਆਂ ਗਈਆਂ ਨੇ, ਐ ਇੱਕੋ ਹੀ ਰੱਬ ਤੋਂ ਇਹ ਸਾਰੇ ਵੇਸ ਸੰਸਾਰ ਦੇ ਜਿਤਨੇ ਤੁਹਾਨੂੰ ਨਜ਼ਰ ਆ ਰਹੇ ਨੇ, ਜਿੰਨੇ ਘਰ ਵਿਦਿਆ ਦੇ ਲੋਕਾਂ ਨੇ ਬਣਾਏ ਨੇ ਰੱਬ ਨੂੰ ਮਿਲਣ ਦੇ। ਕਹਿੰਦੇ ਭਾਈ ਇੱਕ ਰੱਬ ਨੂੰ ਮਿਲਣ ਵਾਸਤੇ ਉਹਦਾ ਗੁਰ ਜੋ ਹੈ ਨਾ, ਜੁਗਤ, ਕਹਿੰਦੇ ਉਹ ਇੱਕੋ ਹੀ ਰੱਬ ਨਾਲ ਮਿਲਣ ਦੀ ਹੈ, ਐਸਾ ਜਾਣੋ। ਸੋ ਮਹਾਰਾਜ ਜੇ ਤੁਸੀਂ ਰੱਬ ਨਾਲ ਮਿਲਣ ਵਾਸਤੇ ਇੱਕ ਹੋਏ ਹੋ, ਰੱਬ ਦਾ ਮਿਲਣ ਦੀ ਜੇ ਤੁਹਾਡੇ ਮਨ 'ਚ ਪਹਿਲ ਕਰਨੀ ਹੈ, ਸੋ ਮਹਾਰਾਜ ਨੇ ਇਹ ਬਾਣੀ ਬਹੁਤ ਸੁੰਦਰ ਰਚੀ ਹੈ। ਧਿਆਨ ਰੱਖਣਾ, ਜਿਹਦੇ ਨਾਲ ਉਸ ਰੱਬ ਨਾਲ ਤੁਸੀਂ ਇਮੀਡੀਏਟ ਮਿਲਦੇ ਹੋ ਜਿਸ ਰੱਬ ਦੇ ਘਰੋਂ ਇਹ ਬਾਣੀ ਆਈ ਹੈ। ਇਸ ਰੱਬ ਨੂੰ ਜਿਸ ਵੇਲੇ ਤੁਸੀਂ ਸੁਣਦੇ ਹੋ ਉਸ ਦੀ ਬਾਣੀ ਰਾਹੀਂ, ਫਿਰ ਤੁਸੀਂ ਉਸ ਨੂੰ ਗਾਉਂਦੇ ਹੋ, ਇਹ ਅਭਿਆਸ ਕਰਦੇ ਹੋ। ਜਦੋਂ ਸਿੱਖ ਅਭਿਆਸ ਕਰਦਾ ਹੈ, ਕਹਿੰਦੇ ਫਿਰ ਆਪਣੇ ਸ਼ਬਦ ਨੂੰ ਘੜਦਾ ਰੱਬ ਦੇ ਵਿੱਚ, ਰੱਬ ਦਾ ਸ਼ਬਦ ਨੂੰ ਆਪਣੇ ਅੰਦਰ ਪ੍ਰਗਟ ਕਰਦਾ ਤੇ ਆਪਣੇ ਆਪ ਨੂੰ ਸ਼ਬਦ ਰਾਹੀਂ ਮਿਟਾ ਦਿੰਦਾ ਹੈ। ਇਹ ਸਾਰੀ ਸੁੰਦਰ ਕਿਰਿਆ ਮਹਾਰਾਜ ਨੇ ਉਸ ਰੱਬ ਨਾਲ ਜੁੜਨ ਦੀ ਦੱਸੀ ਹੈ। ਇਹ ਸਾਰੇ ਮਨੁੱਖਾਂ ਵਾਸਤੇ ਹੈ ਬਾਣੀ, ਸਾਰੀ ਸ੍ਰਿਸ਼ਟੀ ਵਾਸਤੇ ਬਾਣੀ ਹੈ। ਤਾਈਓ ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਤਾਈਓ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੀ ਜਿਹੜੀ ਲਿਪੀ ਸੀ ਨਾ ਜੀ, ਮਹਾਰਾਜ ਨੇ ਗੁਰਮੁਖੀ ਆਪ ਘੜੀ, ਆਪ ਬਣਾਈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਇਹ ਅੰਗਦ ਪਾਤਸ਼ਾਹ ਦੀ ਬਣਾਈ ਹੋਈ ਲਿਪੀ ਨਹੀਂ ਹੈ, ਯਾਦ ਰੱਖਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਣਾਈ ਹੈ 432 ਅੰਗ ਦੇ ਉੱਤੇ। ਆਸਾ ਪੱਟੀ ਜਿਹੜੀ ਮਹਾਰਾਜ ਨੇ ਮਹੱਲਾ ਪਹਿਲੇ ਦੀ ਲਿਖੀ ਹੋਈ ਹੈ, ਨਾਨਕ ਸੱਚੇ ਪਾਤਸ਼ਾਹ ਦੀ ਲਿਖੀ ਹੋਈ ਹੈ, ਧਿਆਨ ਰੱਖਣਾ। ਇਹ ਅੰਗਦ ਪਾਤਸ਼ਾਹ ਦੀ ਲਿਖੀ ਹੋਈ ਨਹੀਂ ਆਸਾ ਪੱਟੀ, ਜਿਹਦੇ ਵਿੱਚ ਪੂਰੇ 35 ਅੱਖਰ ਨੇ। ਉਹਨਾਂ ਅੱਖਰਾਂ ਦੇ ਵਿੱਚ ਮਹਾਰਾਜ ਨੇ ਸਾਰੀਆਂ ਭਾਸ਼ਾਵਾਂ ਦੇ ਜਿਹੜੇ ਸ਼ਬਦ ਸਨ, ਉਸ ਰੱਬ ਦੇ ਗੁਣਾਂ ਨੂੰ ਜਿਹਦੇ ਨਾਲ ਗਾਇਆ ਜਾਂਦਾ ਹੈ, ਜਿਸ ਵੇਲੇ ਆਪਾਂ ਕਿਰਤ ਕਰਦੇ ਹਾਂ, ਕਰਮ ਕਮਾਉਂਦੇ, ਰੱਬ ਦੀ ਕੀਰਤ ਨੂੰ ਗਾ ਸਕਦੇ ਹਾਂ, ਉਹ ਸਾਰੇ ਸ਼ਬਦਾਂ ਨੂੰ ਮਹਾਰਾਜ ਨੇ ਵੱਖਰੇ ਵੱਖਰੇ ਭਗਤਾਂ ਦੇ ਵੱਖਰੇ ਵੱਖਰੇ ਸਮੇਂ ਕਾਲ ਦੇ ਵਿੱਚ ਦੀ ਲੰਘਦਿਆਂ ਹੋਇਆ, ਕਹਿੰਦੇ ਦੇਸ਼ ਕਾਲ ਦੇ ਵਿੱਚ ਦੀ ਜਿਹੜੇ ਸਮੇਂ ਵਿੱਚ ਦੀ ਲੰਘੇ ਨੇ, ਉਹਨਾਂ ਸਾਰੇ ਭਗਤਾਂ ਦੇ ਸ਼ਬਦਾਂ ਨੂੰ ਮਹਾਰਾਜ ਨੇ ਗੁਰਮੁਖੀ ਲਿਪੀ ਦੇ ਅਨੇਕਾਂ ਭਾਸ਼ਾ ਦੇ ਰਾਹੀਂ ਕਹਿੰਦੇ ਉਹਨਾਂ ਰੱਬ ਦੇ ਸ਼ਬਦ ਨੂੰ ਪਾਉਣਾ ਕੀਤਾ, ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜਾ ਜੁੜੇ ਕਿਸੇ ਵੀ ਜਾਤੀ ਦਾ ਬੰਦਾ
ਉਹ ਇਹ ਸਿੱਖੇ ਕਿ ਕਿਵੇਂ ਮੈਂ ਕਿਰਤ ਕਰਦਿਆਂ ਹੋਇਆਂ ਰੱਬ ਦੇ ਕਰਤੇ ਦੀ ਕੀਰਤ ਨੂੰ ਗਾ ਸਕਾਂ। ਕਰਮ ਸਭ ਨੇ ਕਮਾਉਣਾ ਹੈ, ਕਰਮ ਛੱਡ ਕੇ ਰੱਬ ਨੂੰ ਧਿਆਉਣ ਦਾ ਇਹ ਜ਼ਿਕਰ ਨਹੀਂ ਹੈ। ਇਹ ਜ਼ਿਕਰ ਕਿਰਤ ਕਰਦਿਆਂ ਹੋਇਆਂ ਰੱਬ ਦੀ ਕੀਰਤ ਗਾਉਣ ਦਾ, ਰੱਬ ਕਰਤੇ ਨੂੰ ਜਲਾਉਣਾ ਤੇ ਆਪਣੇ ਆਪ ਨੂੰ ਮਿਟਾਉਣਾ ਤੇ ਜਿਉਂਦੇ ਜੀ ਰੱਬ ਵਰਗੇ ਹੋਣਾ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ। ਇੱਥੇ ਦੂਸਰਾ ਸ਼ਬਦ ਸਮਾਪਤ ਹੈ। ਆਓ ਤੀਸਰੇ ਸ਼ਬਦ ਨੂੰ ਆਪਾਂ ਵਿਚਾਰ ਕਰੀਏ ਭਾਈ, ਜਿੱਥੇ ਮਹਾਰਾਜ ਕਹਿਣਗੇ ਰਾਗ ਧਨਾਸਰੀ ਮਹੱਲਾ ਪਹਿਲਾ। ਗगन मैं थाल रव चंद दीपक बने, तारका मंडल जनक मोती। धूप मल आन लो पवन चबरो करे, सगल बन राय फुलंत ज्योति। कैसी आरती होए भव खंडना तेरी आरती, अनहता शब्द वा जंत पेरी रहाओ। सहस तव नैन नन नैन है तोहे को, सहस मूर्त नन एक तो ही। सहस पद विमल नन एक पद गंध बिन, सहस तव गंध इव चलत मोही। सब में जोत जोत है सोए, तिसदा चानन सब मह चानन होए। गुर साखी जोत प्रगट होए, जो तिस भावै सो आरती होए। हर चरण कंवल मकरंद लोभित मनो, अनदिनो मोहे आही प्यासा। कृपा जल दे नानक सारंग को, होए जाते तेरा नाए वासा। ये दो शब्द हैं ਜਿਹੜੇ ਉੱਪਰ ਨੀਚੇ ਲਿਖੇ ਹੋਏ ਨੇ। ਇਹਨਾਂ ਵਿੱਚ ਜਿਹੜਾ ਫਰਕ ਹੈ ਉਹ ਨਾਲ ਦੀ ਨਾਲ ਤੁਹਾਨੂੰ ਸ਼ਬਦ ਨੂੰ ਪੜ੍ਹਦਿਆਂ ਨਜ਼ਰ ਆਏਗਾ। ਜਿੱਥੇ ਜਿੱਥੇ ਮਹਾਰਾਜ ਨੇ ਸ਼ਬਦਾਂ ਦੇ ਸਰੂਪ ਬਦਲੇ ਨੇ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦੋਨੋਂ ਸ਼ਬਦ ਹਨ। ਇੱਕ ਆਸਾ ਰਾਗ ਦੇ ਵਿੱਚ ਹੈ 600 ਯਾਨੀ 63 ਦੇ ਅੰਗ ਦੇ ਉੱਤੇ, ਜਿਹੜਾ ਪਹਿਲਾ ਸ਼ਬਦ ਹੈਗਾ ਉਹ 12ਵੇਂ ਅੰਗ ਤੇ, 12ਵੇਂ ਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਇਸ ਤੇ ਅੰਗ ਤੇ 13ਵੇਂ ਅੰਗ ਤੇ ਆਉਂਦਾ ਹੈ। ਧਿਆਨ ਰੱਖੋ। ਸੋ ਆਓ ਇਸ ਸ਼ਬਦ ਨੂੰ ਆਰੰਭ ਕਰੀਏ। ਰਾਗ ਧਨਾਸਰੀ ਮਹੱਲਾ ਪਹਿਲਾ। ਗगन ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਅਕਸਰ ਲੋਕ ਕੀ ਕਰਦੇ ਨੇ, ਬਾਹਰਲੀ ਪੂਜਾ ਦੇ ਵਿੱਚ ਸੰਸਾਰ ਦੇ ਵਿੱਚ ਰੁੱਝੇ ਹੋਏ ਨੇ। ਧਿਆਨ ਰੱਖਣਾ, ਸੰਸਾਰ ਦੇ ਵਿੱਚ ਲੋਕਾਂ ਦੇ ਮਨਾਂ 'ਚ ਇਹ ਖਿਆਲ ਹੈ ਕਿ ਇੱਕ ਬਹੁਤ ਵੱਡਾ ਇਹਨਾਂ ਨੇ ਇੱਕ ਮੰਦਿਰ ਬਣਾਇਆ ਜਗਨਨਾਥਪੁਰੀ ਉੜੀਸਾ ਦੇ ਵਿੱਚ। ਇਹ ਬਹੁਤ ਪੁਰਾਤਨ ਬਣਿਆ ਹੋਇਆ। ਕਹਿੰਦੇ ਇਹ ਸਾਰੀ ਸ੍ਰਿਸ਼ਟੀ ਦਾ ਕਹਿੰਦੇ ਨਾਥ ਹੈ, ਰੱਬ ਹੈ, ਤੇ ਉਹਦੀ ਬਹੁਤ ਵੱਡੀ ਮੂਰਤੀ ਘੜੀ ਹੈ ਇਹਨਾਂ ਨੇ। ਧਿਆਨ ਰੱਖਣਾ, ਅਨੁਮਤੀਆਂ ਨੇ ਬਹੁਤ ਬੜੀ ਮੂਰਤੀ ਘੜੀ ਹੈ। ਤੇ ਕਹਿੰਦੇ ਜੀ ਇਹ ਸੰਸਾਰ ਦੇ ਵਿੱਚ ਜਗਨਨਾਥ ਦਾ ਇੱਥੇ ਮੰਦਿਰ ਹੈ, ਸਮੁੰਦਰ ਦੇ ਕਿਨਾਰੇ ਹੈ। ਤੇ ਜਿਸ ਵੇਲੇ ਮੁਸਲਮਾਨ ਇੱਧਰ ਆਏ ਹਿੰਦੁਸਤਾਨ ਦੇ ਵਿੱਚ, ਤੇ ਉਹਨਾਂ ਨੇ ਕੀ ਕੀਤਾ ਜੀ, ਕਿਹਾ ਉਹਨਾਂ ਨੂੰ ਪਤਾ ਲੱਗਿਆ ਕਿ ਬਹੁਤ ਵੱਡਾ ਮੰਦਿਰ ਬਣਾਇਆ ਹੈ ਇਹਨਾਂ ਨੇ ਪੁਰੀ ਦੇ ਵਿੱਚ, ਬਹੁਤ ਵੱਡਾ। ਤੇ ਉਹਨਾਂ ਨੇ ਕੀ ਕੀਤਾ, ਸਭ ਤੋਂ ਪਹਿਲਾਂ ਇਸ ਜਗਨਨਾਥ ਦੀਆਂ ਬਾਹਾਂ ਵੱਢਤੀਆਂ, ਪੱਥਰ ਦੀ ਬਣੀਆਂ ਸੀ ਬਹੁਤ ਵੱਡੀ ਮੂਰਤੀ ਦੇ ਬਾਹਾਂ ਤੋੜਤੀਆਂ। ਕਹਿੰਦੇ ਦੇਖਦੇ ਨੇ ਤਾਕਤ ਕਿੱਥੇ ਕੰਮ ਕਰਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਤੇ ਵਿੱਚ ਜਾ ਕੇ, ਜਿੱਥੇ ਉਹ ਉਸ ਜਗਨਨਾਥ ਦੀ ਆਰਤੀ ਉਤਾਰਦੇ ਹੁੰਦੇ ਸਨ, ਲੋਕਾਂ ਨੂੰ ਇਹ ਭੁਲੇਖਾ ਪਿਆ ਸੀ ਕਿ ਆਪਾਂ ਚਲੋ ਜਾ ਕੇ ਭਗਵਾਨ ਜਗਨਨਾਥ ਜੀ ਦੀ ਆਪਾਂ ਜਾ ਕੇ ਆਰਤੀ ਉਤਾਰ ਕੇ ਆਈਏ, ਉੱਥੇ ਜਾ ਕੇ ਪੂਜਾ ਕਰਕੇ ਆਈਏ। ਸੋ ਮਹਾਰਾਜ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਭਗਤ ਨਾਮਦੇਵ ਜੀ ਨੇ ਵੀ ਪਹਿਲਾਂ ਸਮਝਾਇਆ ਹੈ। ਕਹਿੰਦੇ ਜਿੱਥੇ ਜਾ ਕੇ ਉਹ ਮੂਰਤੀ ਦੀ ਪੂਜਾ ਕਰਦੇ ਸਨ, ਸ਼ਿਵਲਿੰਗ ਦੀ ਪੂਜਾ ਕਰਦੇ ਸਨ, ਪੰਡਿਤ ਬ੍ਰਾਹਮਣ ਲੋਕ ਜਾ ਕੇ, ਉੱਥੇ 12 ਲਿੰਗਾਂ ਵਿੱਚ ਇੱਕ ਲਿੰਗ ਹੈ। ਕਹਿੰਦੇ ਭਾਈ ਉੱਥੇ ਜਾ ਕੇ ਉਹਨਾਂ ਨੇ ਉਪਦੇਸ਼ ਦਿੱਤਾ, ਇਹ ਕਹਿਣਾ ਕੀਤਾ ਕਿ ਭਾਈ ਰੱਬ ਤੁਹਾਡੇ ਵਿੱਚ ਵਸਦਾ ਹੈ, ਤੁਹਾਡੇ ਵਿੱਚ ਵਸਦਾ ਹੈ। ਐਸੀ ਔਂਡਾ ਨਾਥ ਕਰਕੇ ਇੱਕ ਜਗ੍ਹਾ ਹੈ ਇੱਧਰ ਨਰਸੀ ਦੇ ਕੋਲ, ਹਜੂਰ ਸਾਹਿਬ ਤੋਂ 72 ਕਿਲੋਮੀਟਰ ਤੇ ਹੈ। ਉੱਥੇ ਜਿਸੇ ਭਗਤ ਨਾਮਦੇਵ ਜੀ ਨੇ ਜਾ ਕੇ ਉਪਦੇਸ਼ ਦਿੱਤਾ ਤੇ ਪੰਡਤਾਂ ਨੂੰ ਗੁੱਸਾ ਆਇਆ। ਉਹਨਾਂ ਨੇ ਭਗਤ ਨਾਮਦੇਵ ਨੂੰ ਚੱਕ ਕੇ ਮੰਦਿਰ ਦੇ ਪਿਛਲੇ ਪਾਸੇ ਬਿਠਾਤਾ। ਕਹਿੰਦੇ ਭਾਈ ਜਿਉਂ ਜਿਉਂ ਨਾਮਾ ਹਰਗੁਣ ਉਚਰੈ, ਭਗਤ ਜਨਾਂ ਕਾ ਦਿਉਰਾ ਪਿਆ। ਜਿਹੜਾ ਉਹਨਾਂ ਦਾ ਦਿਉਰਾ ਸੀ ਉਸ ਮੰਦਿਰ ਦਾ ਮੂੰਹ ਹੀ ਘੁੰਮ ਗਿਆ। ਧਿਆਨ ਰੱਖਿਆ, ਦੁਨੀਆ ਨੂੰ ਇਹ ਦਿਖਾਉਣ ਵਾਸਤੇ ਕਿ ਭਾਈ ਆਏ ਭਗਤ ਨਾਮਦੇਵ ਜੀ ਦੀ ਰੱਬ ਦੀ ਭਗਤੀ ਦੀ ਸ਼ਕਤੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਜਗਨਨਾਥਪੁਰੀ ਦੇ ਮੰਦਿਰ 'ਚ ਗਏ। ਉੱਥੇ ਜਾ ਕੇ ਉਹਨਾਂ ਨੂੰ ਸਮਝਾਇਆ ਕਿ ਭਾਈ ਰੱਬ ਤੁਹਾਡੇ ਵਿੱਚ ਵਸਦਾ ਹੈ,
ਉਹਦੀ ਆਰਤੀ ਤਾਂ ਰੱਬ ਦੀ ਤਾਂ ਆਪਣੇ ਆਪ ਹੋ ਰਹੀ ਹੈ। ਉੱਥੇ ਮਹਾਰਾਜ ਨੇ ਇਹ ਆਰਤੀ ਉਚਾਰਨ ਕੀਤੀ ਹੈ, ਕਹਿੰਦੇ ਭਾਈ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਕਹਿੰਦੇ ਗਗਨ ਦੇ ਵਿੱਚ ਦੇਖੋ ਕਿਤਨਾ ਵੱਡਾ ਗਗਨ ਥਾਲ ਹੈ, ਆ ਜਿਹੜਾ ਸਕਾਈ ਹੈ ਇਹ ਕਿਤਨਾ ਵੱਡਾ ਰੱਬ ਦਾ ਥਾਲ ਬਣਿਆ ਹੈ। ਇਹਦੇ ਵਿੱਚ ਚੰਦ ਤੇ ਦੀਪਕ, ਇਹ ਚੰਦ ਦੀਪਕ ਹੈ। ਕਹਿੰਦੇ ਭਾਈ ਰਵ ਵੀ, ਰਵ ਕਹਿੰਦੇ ਨੇ ਸੂਰਜ ਨੂੰ, ਚੰਦ ਕਹਿੰਦੇ ਨੇ ਚੰਦਰਮਾ ਨੂੰ। ਕਹਿੰਦੇ ਦੋਨੋਂ ਦੀਪਕ ਬਣੇ ਹੋਏ ਨੇ, ਰੱਬ ਦੇ ਆਪਣੇ ਦੀਪਕ ਬਣਾਏ ਹੋਏ ਨੇ। ਕਹਿੰਦੇ ਇਹਦੇ ਵਿੱਚ ਦੇਖੋ ਕਿੰਨੇ ਤਾਰਾ ਮੰਡਲ ਨੇ। ਕਹਿੰਦੇ ਇਹ ਆਏ ਜਾਣੋ ਜਿਵੇਂ ਮੋਤੀ ਥਾਲ 'ਚ ਪਏ ਹੋਏ। ਇੰਨੀ ਸੁੰਦਰ ਰੱਬ ਦੀ ਕੁਦਰਤੀ ਆਰਤੀ ਹੋ ਰਹੀ ਹੈ। ਕਹਿੰਦੇ ਭਾਈ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕਹਿੰਦੇ ਕਿਤਨੀ ਸੁੰਦਰ ਮੇਰੇ ਮਾਲਕ ਨੇ ਇਹ ਜਿਹੜੀ ਧੂਪ, ਕਹਿੰਦੇ ਭਾਈ ਇੰਨੀ ਸੁੰਦਰ, ਕਹਿੰਦੇ ਪਹਾੜਾਂ ਵਿੱਚੋਂ ਜਿੱਥੋਂ ਜਿੱਥੇ ਸੰਦਲ ਦੀ ਲੱਕੜਾਂ ਪੈਦਾ ਖੜੀਆਂ ਕੀਤੀਆਂ ਹੋਈਆਂ ਰੱਬ ਨੇ, ਉੱਥੋਂ ਜਿਸ ਵੇਲੇ ਹਵਾ ਆਉਂਦੀ ਹੈ, ਕਹਿੰਦੇ ਭਾਈ ਕਿੰਨੀ ਸੁੰਦਰ ਉਸ ਦੀ ਹਵਾ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਰੱਬ ਦੀ, ਉਸ ਰੱਬ ਦੀ ਆਰਤੀ ਨੂੰ ਪੂਰਾ ਕਰਨ ਵਾਸਤੇ। ਕਹਿੰਦੇ ਪਵਨ ਚਵਰੋ ਕਰੇ, ਕਹਿੰਦੇ ਜਿਹੜਾ ਪਵਨ ਹੈ, ਹਵਾ ਜਿਹੜੀ ਹੈ ਇਹ ਆਪ ਚਵਰ ਢੁਲਾ ਰਹੀ ਹੈ। ਫਿਰ ਕਹਿੰਦੇ ਭਾਈ ਸਗਲ ਬਨ ਰਾਏ, ਜਿਤਨੀ ਇਹ ਬਨਸਪਤੀ ਹੈ ਇਹਦੇ ਜਿਹੜੇ ਫੁੱਲ ਨੇ ਇਹ ਜੋਤੀਆਂ ਨੇ। ਧਿਆਨ ਰੱਖੋ ਛੋਟੇ ਛੋਟੇ ਜਿਹੇ ਦੀਵੇ ਜਲਾਏ ਹੋਏ ਨੇ ਤੁਸੀਂ, ਇਹ ਕਿਤਨੀ ਸੁੰਦਰ ਉਹਦੇ ਰੱਬ ਨੇ ਆਪ ਜੋਤੀਆਂ ਜਗਾਈਆਂ ਹੋਈਆਂ ਨੇ। ਇਹਦੇ ਵਿੱਚ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਹੈ। ਇਹ ਛੋਟੇ ਛੋਟੇ ਜਿਹੜੇ ਭਾਈ ਹਰੇਕ ਜੀਵ ਦੇ ਵਿੱਚ, ਕਹਿੰਦੇ ਭਾਈ ਹਰੇਕ, ਕਹਿੰਦੇ ਬਨਸਪਤੀ ਦੇ ਸਰੂਪ ਦੇ ਵਿੱਚ, ਕਹਿੰਦੇ ਇਹ ਫੂਲ ਜਿਹੜੇ ਹੈਗੇ ਰੱਬ ਦੀਆਂ ਜੋਤੀਆਂ ਜਗਾਈਆਂ ਹੋਈਆਂ। ਇਹ ਤਾਂ ਕੁਦਰਤੀ ਆਰਤੀ ਹੋ ਰਹੀ ਹੈ। ਕਹਿੰਦੇ ਭਾਈ ਕੈਸੀ ਆਰਤੀ ਹੋਏ, ਦੇਖੋ ਕਿਤਨੀ ਸੁੰਦਰ ਆਰਤੀ ਹੋ ਰਹੀ ਹੈ ਰੱਬ ਦੀ। ਕਹਿੰਦੇ ਭਵ ਖੰਡਨਾ ਤੇਰੀ ਆਰਤੀ, ਕਹਿੰਦੇ ਤੇਰੀ ਆਰਤੀ ਜਿਹੜਾ ਭਵ ਨੂੰ ਖੰਡਣ ਵਾਲਾ ਹੈ। ਭਵ ਦਾ ਅਰਥ ਹੈ ਆਵਾਗਮਨ ਨੂੰ, ਜਨਮ ਮਰਨ ਨੂੰ ਖਤਮ ਕਰਨ ਵਾਲਾ ਹੈ ਜਿਹੜਾ ਤੂੰ। ਕਹਿੰਦੇ ਭਾਈ ਤੇਰੀ ਆਰਤੀ ਕਿਤਨੀ ਸੁੰਦਰ ਹੋ ਰਹੀ, ਕਿਤਨੀ ਸੁੰਦਰ ਹੋ ਰਹੀ। ਕਹਿੰਦੇ ਅਨਹਤਾ ਸ਼ਬਦ ਵਾ ਜੰਤ ਭੇਰੀ, ਕਹਿੰਦੇ ਜੀਵਨ ਵਿੱਚ ਇਹ ਬਹੁਤ ਸੁੰਦਰ ਅਵਸਥਾ ਹੈ ਜਿੱਥੇ ਕਹਿੰਦੇ ਭਾਈ ਸ਼ਬਦ ਅਨਹਤ ਵੱਜਣ ਲੱਗੇ। ਕਹਿੰਦੇ ਉਹ ਸ਼ਬਦ, ਕਹਿੰਦੇ ਜਿੱਥੇ ਭਾਈ ਉਸ ਘੱਟ ਬੈਠੇ ਮਾਲਕ ਨੂੰ ਜੇ ਤੁਸੀਂ ਗਾਉਣ ਲੱਗ ਜਾਓ ਨਾ, ਕਹਿੰਦੇ ਉਹ ਸ਼ਬਦ ਫਿਰ ਜਿਹੜਾ ਅੰਦਰੋਂ ਆਉਂਦਾ ਫਿਰ ਉਹ ਅਨਹਤ ਹੁੰਦਾ। ਅਨਹਤ ਦਾ ਅਰਥ ਹੈ ਕਿ ਉਹਨੂੰ ਕੋਈ ਹੱਦ ਨਹੀਂ ਸਕਦਾ, ਉਹ ਸ਼ਬਦ ਰੁਕਦਾ ਨਹੀਂ ਹੈ। ਉਹ ਸ਼ਬਦ ਦਾ ਫਿਰ ਪੂਰਾ ਪ੍ਰਹਾਰ ਹੁੰਦਾ ਹੈ। ਉਹ ਸ਼ਬਦ ਆਏ ਹੁੰਦਾ ਜਿਵੇਂ ਰੱਬ ਆਪ ਬੋਲਦਾ ਹੈ। ਕਹਿੰਦੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋ ਬੰਦੇ, ਕਹਿੰਦੇ ਉਹ ਬਚਨ ਪੂਰੇ ਹੋ ਜਾਂਦੇ ਨੇ। ਫਿਰ ਕਹਿੰਦੇ ਐਸੇ ਜਿਸ ਵੇਲੇ, ਕਹਿੰਦੇ ਭੇਰੀ ਦਾ ਅਰਥ ਹੈ ਕਹਿੰਦੇ ਬਹੁਤ ਸੁੰਦਰ ਨਗਾਰਿਆ ਜਿਵੇਂ ਵੱਜਦਾ ਹੋਵੇ, ਕਹਿੰਦੇ ਆਏ ਫਿਰ ਸ਼ਬਦ ਵੱਜਦਾ ਉੱਥੇ। ਕਹਿੰਦੇ ਐਸੀ ਆਰਤੀ ਕਰਨੀ ਕਰੋ। ਇਹਦਾ ਅਰਥ ਇਹ ਹੋਇਆ ਕਿ ਭਾਈ ਜਿਹੜਾ ਤੁਸੀਂ ਬਾਹਰ ਮੁਖੀ ਹੋ ਕੇ ਆਰਤੀ ਕਰ ਰਹੇ ਹੋ, ਰੱਬ ਨੂੰ ਗਾ ਰਹੇ ਹੋ, ਰੱਬ ਦੇ ਗੁਣ ਗਾ ਰਹੇ ਹੋ, ਅੰਦਰ ਸ਼ਬਦ ਰਾਹੀਂ ਰੱਬ ਨੂੰ ਗਾਓ ਜਿਹੜਾ ਤੁਹਾਨੂੰ ਅੰਦਰੋਂ ਬੁਲਾ ਰਿਹਾ ਹੈ। ਜਿੱਥੇ ਤੁਹਾਡਾ ਸ਼ਬਦ ਅਨਹਤ ਸਰੂਪ ਤੋਂ ਬਾਹਰ ਆਵੇ, ਯਾਨੀ ਜੋ ਤੁਸੀਂ ਬੋਲੋ ਉਹ ਗੱਲ ਪੂਰੀ ਹੋ ਜਾਏ। ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋ ਬੰਦੇ, ਕਹਿੰਦੇ ਉਹ ਫਿਰ ਬਚਨ ਪੂਰਾ ਹੁੰਦਾ ਹੈ। ਐਸੇ ਸ਼ਬਦ ਨੂੰ ਘੜੋ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰਾ ਫਲਸਫਾ, ਫਿਲਾਸਫੀ ਸ਼ਬਦ ਨੂੰ ਘੜਨ ਤੇ ਟਿਕਾਈ ਹੋਈ ਹੈ। ਕਹਿੰਦੇ ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਐਸੇ ਸ਼ਬਦ ਨੂੰ ਕਹਿੰਦੇ ਭਾਈ ਘੜਨਾ ਕਰੋ। ਘੱਟ ਬੈਠੇ ਰੱਬ ਦੇ ਉੱਤੇ ਵਿਸ਼ਵਾਸ ਲੈ ਕੇ ਆਓ ਆਪਣੇ ਸ਼ਬਦ ਨੂੰ। ਕਹਿੰਦੇ ਸ਼ਬਦ ਨਾਲ ਬੜੀ ਤਾਕਤ ਪੈਦਾ ਹੁੰਦੀ ਹੈ। ਕਹਿੰਦੇ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਆਪਣੇ ਸ਼ਬਦ ਨੂੰ ਘੜੋ। ਬੰਦੇ ਦਾ ਮੁੱਲ ਨਹੀਂ ਪੈਂਦਾ ਭਾਈ, ਸ਼ਬਦ ਦਾ ਮੁੱਲ ਪੈਂਦਾ, ਸ਼ਬਦ। ਸੋ ਆਪਣੇ ਸ਼ਬਦ ਨੂੰ ਐਨਰਿਚ ਕਰੋ, ਘੜੋ। ਸੋ ਮਹਾਰਾਜ ਕਹਿੰਦੇ ਭਾਈ ਐਸੀ ਆਰਤੀ ਜਿਹੜੀ ਰੱਬ ਦੀ ਹੋ ਰਹੀ ਹੈ, ਕਹਿੰਦੇ ਉਹਦੇ ਵਿੱਚ ਆਪਣੇ ਅਨਹਤ ਸ਼ਬਦ ਨੂੰ ਕਹਿੰਦੇ ਭਾਈ ਵਜਾਉਣਾ ਕਰੋ, ਉਹਨੂੰ ਜੀਵਨ ਦੇ ਵਿੱਚ ਐਨਰਿਚ ਕਰਨਾ ਕਰੋ, ਉਹਨੂੰ ਜੀਵਨ ਦੇ ਵਿੱਚ ਘੜਨਾ ਕਰੋ। ਕਹਿੰਦੇ ਰੱਬ ਦੀ ਸਰੂਪ ਦੇਖੋ ਕੈਸੇ ਕੈਸੇ ਹੈ। ਕਹਿੰਦੇ ਸਹਿਸ ਤਵ ਨੈਣ, ਨਾਨਾ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਾਨਾ ਏਕ ਤੋ ਹੀ। ਕਹਿੰਦੇ ਦੇਖੋ ਹੁਣ ਰੱਬ ਦੀ ਕੋਈ ਆਪਣੀ ਮੂਰਤੀ ਨਹੀਂ ਹੈ, ਕੋਈ ਮੂਰਤੀ। ਆ ਜਿਤਨੀਆਂ ਦੁਨੀਆ ਦੇ ਉੱਤੇ ਸੰਸਾਰ ਦੇ ਲੋਕ ਜਿਨ੍ਹਾਂ ਨੇ ਜਨਮ ਲਿਆ ਹੈ, ਇਹ ਭਾਈ ਜਾਣੋ ਇਹ ਰੱਬ ਦੀ ਮੂਰਤੀ ਹੈ, ਰੱਬ ਦੀਆਂ ਮੂਰਤੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਬਾਰ-ਬਾਰ ਸਮਝਾਉਣਾ ਕਰਦੇ ਨੇ। ਕਹਿੰਦੇ ਰੱਬ ਵਰਗਾ ਇਹ ਸਰੂਪ ਹੋਰ ਕੋਈ ਦੂਜਾ ਸਰੂਪ ਨਹੀਂ ਹੈ। ਐਸੇ ਸਰੂਪ ਦੀ ਅਵਸਥਾ ਨੂੰ ਆਪਣੇ ਅੰਦਰ ਪੈਦਾ ਕਰੋ। ਕਹਿੰਦੇ ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੋ ਤੁਹਾਨੂੰ ਸੰਸਾਰ ਦੇ ਵਿੱਚ ਨਜ਼ਰ ਆ ਰਿਹਾ ਹੈ ਨਾ, ਇਹ ਰੱਬ ਦਾ ਆਪਣਾ ਰੂਪ ਹੈ, ਰੱਬ ਦਾ।
ਜੀਵਨ ਦੇ ਵਿੱਚ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਕਹਿੰਦੇ ਰੱਬ ਆਪ ਹੀ ਕਹਿੰਦੇ ਸੰਸਾਰ ਦੇ ਵਿੱਚ ਇਹ ਸਾਰੇ ਸਰੂਪਾਂ ਦੇ ਵਿੱਚ ਆਪ ਵਰਤਨਾ ਕਰ ਰਿਹਾ। ਆਪ ਜੇ ਔਰਤ ਮਰਦ ਹੈ ਕਹਿੰਦੇ ਇਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ, ਇਹ ਸਭ ਰੱਬ ਦੇ ਹੀ ਰੂਪ ਨੇ। ਐਸਾ ਕਿਉਂ ਨਹੀਂ ਸਾਡਾ ਜੀਵਨ ਦੇਖਦਾ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਐਸੀ ਅਵਸਥਾ ਨੂੰ ਪੈਦਾ ਕਰੋ। ਕਹਿੰਦੇ ਇਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ, ਇਹ ਸਭ ਰੱਬ ਦੇ ਹੀ ਰੂਪ ਹਨ। ਐਸੀ ਕਿਰਿਆ ਨੂੰ ਸਤਿਗੁਰ ਸੱਚੇ ਪਾਤਸ਼ਾਹ ਦ੍ਰਿੜ ਕਰਾਉਂਦੇ ਹਨ ਭਾਈ। ਕਹਿੰਦੇ ਭਾਈ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਸੋ ਸੱਚੇ ਪਾਤਸ਼ਾਹ ਜੀ ਦਾ ਇੱਥੇ ਕਹਿਣ ਦਾ ਭਾਵ ਇਹ ਹੈ, ਕਹਿੰਦੇ ਸਹਿਸ ਤਵ ਨੈਣ, ਇਹ ਜਿਤਨੇ ਦੁਨੀਆ ਦੇ ਵਿੱਚ ਬੰਦੇ ਤੁਹਾਨੂੰ ਨਜ਼ਰ ਆ ਰਹੇ ਨੇ, ਇਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਇਹ ਰੱਬ ਦੀਆਂ ਅੱਖਾਂ ਨੇ, ਧਿਆਨ ਰੱਖਣਾ। ਪਰ ਰੱਬ ਦੀ ਕੋਈ ਆਪਣੀ ਅੱਖ ਨਹੀਂ, ਇਹ ਇਹਨਾਂ ਅੱਖਾਂ ਵਿੱਚੋਂ ਦੇਖਦਾ ਹੈ। ਕਹਿੰਦੇ ਸਹਿਸ ਤਵ ਨੈਣ, ਨਾ ਨਾ ਨੈਣ ਹੈ ਤੋਹੇ ਕੋ, ਤੇਰਾ ਇੱਕ ਵੀ ਹੋਰ ਆਪਣੀ ਅੱਖ ਨਹੀਂ ਹੈ। ਕਹਿੰਦੇ ਸਹਿਸ ਮੂਰਤ, ਕਹਿੰਦੇ ਸਾਰੀਆਂ ਮੂਰਤੀਆਂ ਜੋ ਸੰਸਾਰ ਦੇ ਵਿੱਚ ਆ, ਜਿਹੜੇ ਸੰਸਾਰ ਦੇ ਜੀਵਨ ਪੈਦਾ ਹੋਏ ਨੇ, ਇਹ ਰੱਬ ਦੀਆਂ ਮੂਰਤੀਆਂ ਨੇ। ਤਾਈਓ ਮਹਾਰਾਜ ਕਹਿੰਦੇ ਜੋ ਦਿਸੈ ਸੋ ਤੇਰਾ ਰੂਪ, ਜੋ ਤੁਹਾਨੂੰ ਇਸ ਸੰਸਾਰ ਵਿੱਚ ਦਿੰਦਾ ਹੈ ਇਹ ਰੱਬ ਦਾ ਰੂਪ ਹੈ ਭਾਈ। ਤਾਈਓ ਮਹਾਰਾਜ ਕਹਿੰਦੇ ਭਾਈ ਰੱਬ ਦਾ ਆਪਣਾ ਹੋਰ ਕੋਈ ਮੂਰਤ ਕੋਈ ਸਰੂਪ ਨਹੀਂ ਹੈ, ਇਹ ਸਭ ਰੂਪ ਰੱਬ ਦੇ ਨੇ। ਕਹਿੰਦੇ ਵਰਨ ਰੂਪ ਵਰਤੇ ਸਭ ਤੇਰੇ, ਕਹਿੰਦੇ ਮਰ ਮਰ ਜੰਮੇ ਫੇਰ ਪਾਵੇ ਪਵੈ ਕਨੇਰੇ। ਕਹਿੰਦੇ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਬੁਝਾਓ। ਕਹਿੰਦੇ ਸਭ ਏਕਾ ਜੋਤ ਜਾਣੇ ਜੇ ਕੋਈ, ਕਹਿੰਦੇ ਸਤਿਗੁਰ ਸੇਵੀਏ ਪ੍ਰਗਟ ਹੋਈ। ਕਹਿੰਦੇ ਗੁਪਤ ਪ੍ਰਗਟ ਵਰਤੇ ਸਭ ਥਾਈ, ਜੋਤੀ ਜੋਤ ਮਿਲਾਵੇ। ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਇਹ ਕਿਤਨੇ ਰੱਬ ਦੇ ਸੁੰਦਰ ਰੂਪ ਨੇ। ਕਹਿੰਦੇ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ, ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਐਸਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਤੁਝ ਬਿਨ ਦੂਜਾ ਅਵਰ ਨਾ ਕੋਈ, ਰੱਬ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ, ਇਹ ਯਾਦ ਰੱਖਣਾ। ਮਹਾਰਾਜ ਕਹਿੰਦੇ ਸਭ ਮੈਂ ਵਰਤੈ ਏਕੋ ਸੋਈ, ਗੁਰਮੁਖ ਸੋਭਾ ਪਾਵਨਿਆ। ਕਹਿੰਦੇ ਸਾਰਿਆਂ ਵਿੱਚ ਵਰਤਣ ਵਾਲਾ ਇੱਕੋ ਹੀ ਰੱਬ ਦਾ ਸਰੂਪ ਹੈ। ਐਸਾ ਕਿਉਂ ਨਹੀਂ ਸਾਡਾ ਮਨ ਜਾਣ ਰਿਹਾ? ਕਹਿੰਦੇ ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ ਸਭ ਸਹਿ ਲੰਗਾ, ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ। ਕਹਿੰਦੇ ਵਿਰਲੇ ਹੀ ਹਨ ਜੋ ਐਸਾ ਸਭ ਦੇ ਵਿੱਚ ਰੂਪ ਦੇਖਦੇ ਨੇ। ਮਹਾਰਾਜ ਕਹਿੰਦੇ ਹਨ ਭਾਈ ਕਹਿੰਦੇ ਐਸਾ ਜਾਣੋ, ਕਹਿੰਦੇ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਕਹਿੰਦੇ ਜੀਵਨ ਵਿੱਚ ਕਹਿੰਦੇ ਇਸਤਰੀ ਪੁਰਖ ਹੋਏ ਕੈ ਕਿਆ ਹੋਏ ਕਰਮ ਕਮਾਹੀ। ਕਹਿੰਦੇ ਨਾਨਾ ਰੂਪ ਸਦਾ ਹੈ ਤੇਰੇ, ਤੁਝੀ ਮਾਹੇ ਸਮਾਹੀ। ਇਹ ਜਿਤਨੇ ਸੰਸਾਰ ਦੇ ਵਿੱਚ ਰੂਪ ਨੇ ਇਹ ਰੱਬ ਦੇ ਰੂਪ ਨੇ, ਇਹਨਾਂ ਵਿੱਚੋਂ ਦੀ ਰੱਬ ਮੂਵ ਕਰ ਰਿਹਾ, ਇਹਨਾਂ ਵਿੱਚੋਂ ਰੱਬ ਦੇਖਦਾ। ਇਹ ਰੱਬ ਦਾ ਆਪਣਾ ਕੋਈ ਮੂਰਤ ਨਹੀਂ ਹੈ। ਤਿਸ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰ, ਇਹ ਮਾਨਸ ਜਾਣੇ ਦੂਰ ਤੂੰ ਵਰਤੈ ਜਾ। ਸੋ ਮਹਾਰਾਜ ਕਹਿੰਦੇ ਹਨ ਭਾਈ ਇਹ ਜੀਵਨ ਦੀ ਗੱਲ ਨੂੰ ਜਾਣੋ ਕਿ ਮਾਤ ਪਿਤਾ ਸਾਖ ਅਗਲੇ, ਤਿਸ ਬਿਨ ਅਵਰ ਨਾ ਕੋਈ। ਕਹਿੰਦੇ ਤਿਸ ਬਿਨ ਅਵਰ ਨਾ ਕੋਈ। ਕਹਿੰਦੇ ਮਿਹਰ ਕਰੇ ਜੇ ਆਪਣੀ ਚੱਸਾ ਨਾ ਵਿਸਰੈ ਸੋਏ, ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਵਿਨਾਸ਼। ਕਹਿੰਦੇ ਐ ਮੇਰੇ ਮਨਾ ਜਿਹੜੇ ਰੱਬ ਮਾਤਾ ਪਿਤਾ ਸਰੂਪ ਹੋ ਕੇ ਤੇਰੇ ਘਰ ਵਿੱਚ ਹਨ, ਤੂੰ ਵੀ ਰੱਬ ਦਾ ਰੂਪ ਹੋਵੇਂ। ਕਹਿੰਦੇ ਐਸਾ ਸਭ ਦੇ ਵਿੱਚ ਰੱਬ ਦੇ ਰੂਪ ਨੂੰ ਜਾਣ ਨਾ ਕਰ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਜਹ ਜਹ ਦੇਖਾਂ ਤਹ ਤਹ ਏਕੋ ਸੋਈ, ਜਹ ਜਹ ਦੇਖਾਂ ਤਹ ਏਕੋ ਸੋਈ, ਇਹ ਗੁਰਮਤਿ ਬੁੱਧ ਪਾਈ। ਇਹ ਗੁਰਮਤਿ ਦੀ ਗਿਆਨ ਦੀ ਅਵਸਥਾ ਸਾਨੂੰ ਮਹਾਰਾਜ ਦੇਣਾ ਕਰ ਰਹੇ। ਕਹਿੰਦੇ ਏਕੋ ਭਾਈ ਮਿੱਤ ਇੱਕ, ਇੱਕੋ ਮਾਤ ਪਿਤਾ, ਇਕਸ ਕੀ ਮਨ ਟੇਕ ਹੈ, ਜਿਨ ਜਿਉ ਪਿੰਡ ਦਿੱਤਾ। ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾਉਣਾ ਕਰ ਰਹੇ ਹਨ ਕਿ ਰੱਬ ਦੀ ਕੋਈ ਅੱਖਾਂ ਨਹੀਂ ਹਨ। ਇਹ ਸਾਰੀਆਂ ਅੱਖਾਂ ਜਿਹੜੇ ਦੁਨੀਆ ਵਿੱਚ ਦੇਖ ਰਹੇ ਨੇ ਲੋਕ, ਇਹਨਾਂ ਵਿੱਚੋਂ ਰੱਬ ਆਪ ਦੇਖ ਰਿਹਾ। ਆਪ ਕਹਿੰਦੇ ਸਰਵ ਨਿਰੰਤਰ ਖਸਮ ਏਕੋ ਰਵ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਸਭ ਕੋਈ ਹੈ ਖਸਮ ਕਾ, ਖਸਮੋ ਸਭ ਕੋ ਹੋਏ। ਕਹਿੰਦੇ ਹੁਕਮ ਪਛਾਣੇ ਖਸਮ ਕਾ, ਤਾਂ ਸੱਚ ਪਾਵੈ ਕੋਏ। ਕਹਿੰਦੇ ਗੁਰਮੁਖ ਆਪ ਪਛਾਣੀਏ ਬੁਰਾ ਨਾ ਦਿਸੈ ਕੋਏ। ਕਹਿੰਦੇ ਨਾਨਕ ਗੁਰਮੁਖ ਨਾਮ ਧਿਆਈਏ ਸਹਿਲਾ ਆਇਆ ਸੋਏ। ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ ਭਾਈ ਇਹਨਾਂ ਵਿੱਚ ਦੇਖੋ, ਕਹਿੰਦੇ ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਆਨੂਪ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿੱਥੇ ਜਾ ਕੇ ਸਾਨੂੰ ਫਿਰ ਅਖੀਰ 'ਚ ਪਤਾ ਲੱਗਣਾ ਹੈ। ਕਹਿੰਦੇ ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ,
माया चित्र विचित्र विमोहित बिरला पूजा कोई। कहते सब गोविंद है, सब गोविंद है, गोविंद बिन नहीं कोई। कहते सूत एक मन सत सहस जैसे, कहते ओत पोत प्रभ सोई। ऐसी अवस्था ਨੂੰ ਜਾਣੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਵਿੱਚ ਤੇ ਰੱਬ ਦੇ ਵਿੱਚ ਕੀ ਫਰਕ ਹੈ। ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਹਿੰਦੇ ਕਨਕ ਕਟਕ ਜਲ ਤਰੰਗ ਜੈਸਾ। ਸੋ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਸਭ ਘਟ ਤੇਰੇ ਤੂੰ ਸਭਨਾ ਮਾਹੇ, ਤੁਝ ਤੇ ਬਾਹਰ ਕੋਈ ਨਾ। ਮਹਾਰਾਜ ਕਹਿੰਦੇ ਭਾਈ ਇਸ ਗੱਲ ਨੂੰ ਵਿਚਾਰਿਓ, ਕਹਿੰਦੇ ਹਰ ਸੁਖ ਦਾਤਾ ਮੇਰੇ ਮਨ ਜਾਪ, ਹਾਂ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭਾਪ। ਸੋ ਆਪਣੇ ਅੰਦਰ ਤੇ ਬਾਹਰ ਰੱਬ ਆਪ ਵਰਤ ਰਿਹਾ ਸਭ ਦੇ ਵਿੱਚ। ਇਹ ਸਮਝਾਉਣ ਦਾ ਅਭਿਆਸ ਸਾਡੇ ਮਨ ਵਿੱਚ ਆਰਤੀ ਪੜ੍ਹਦਿਆਂ ਹੋਇਆ ਕਰਨਾ, ਮਨ ਨੂੰ ਸਮਝਾਉਣਾ। ਕਹਿੰਦੇ ਅੰਤਰ ਬਾਹਰ ਰਵ ਰਿਹਾ, ਤਿਸ ਨੂੰ ਜਾਣੇ ਦੂਰ, ਤ੍ਰਿਸ਼ਨਾ ਲਾਗੀ ਰਚ ਰਿਹਾ। ਮਹਾਰਾਜ ਕਹਿੰਦੇ ਹਨ ਭਾਈ, ਕਹਿੰਦੇ ਅੰਤਰ ਹਉਮੈ ਕੂੜ, ਹਉਮੈ ਦੀ ਅਵਸਥਾ ਇਸ ਅੰਦਰ ਵਰਤ ਰਹੀ ਹੈ। ਤਾਂਹੀਓ ਕਹਿੰਦੇ ਭਾਈ ਇਹਨੂੰ ਸਮਝ ਨਹੀਂ ਆ ਰਹੀ। ਕਹਿੰਦੇ ਇਹ ਜਗ ਵਰਨ ਰੂਪ ਸਭ ਤੇਰਾ, ਜਿਤ ਲਾਭ ਹੈ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜੇ, ਜਿਤ ਭਾਵੇ ਤਿਤ ਰਾਹੇ ਚਲਈਆ। ਸੋ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾ ਰਹੇ ਨੇ, ਵਰਨ ਰੂਪ ਵਰਤੇ ਸਭ ਤੇਰੇ, ਮਰ ਮਰ ਜੰਮੈ ਫੇਰ ਪਵਹਿ ਕਨੇ। ਸੋ ਜਹ ਜਹ ਦੇਖਾਂ ਤਹ ਏਕੋ ਸੋਈ, ਇਹ ਗੁਰਮਤਿ ਬੁੱਧ ਪਾਈ। ਮਨ ਤਨ ਪ੍ਰਾਣ ਧਰੀ ਤਿਸ ਆਗੇ, ਨਾਨਕ ਆਪ ਗੁਆਏ। ਸੋ ਮਹਾਰਾਜ ਕਹਿੰਦੇ ਐਸੇ ਸਭ ਜਿਤਨੀ ਮੂਰਤੀਆਂ ਸਹਿਸ ਮੂਰਤ, ਨਾਨਾ ਏਕ ਤੋਂ ਹੀ, ਤੇਰੀ ਇੱਕ ਵੀ ਮੂਰਤੀ ਨਹੀਂ ਕੋਈ ਬਣਾ ਸਕਦਾ। ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਐਸੀ ਅਵਸਥਾ ਨੂੰ ਬੁਝੋ। ਕਹਿੰਦੇ ਸਹਿਸ ਪਦ ਬਿਮਲ, ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਕਹਿੰਦੇ ਐਸੇ ਮੇਰੇ ਮਾਲਕ ਦੀ ਜਿਤਨੇ ਸੰਸਾਰ ਦੇ ਵਿੱਚ ਕਹਿੰਦੇ ਚਰਨ ਹਨ, ਇਹ ਰੱਬ ਦੇ ਆਪਣੇ ਚਰਨ ਹਨ। ਧਿਆਨ ਰੱਖ, ਕਹਿੰਦੇ ਰੱਬ ਦਾ ਆਪਣਾ ਕੋਈ ਐਸਾ ਚਰਨ ਨਹੀਂ ਹੈ। ਕਹਿੰਦੇ ਸਹਿਸ ਪਦ ਬਿਮਲ, ਨਨ ਏਕ ਪਦ ਗੰਧ ਬਿਨ। ਕਹਿੰਦੇ ਜਿਤਨੇ ਸੰਸਾਰ ਦੇ ਵਿੱਚ ਇਹ ਚਰਨ ਬੰਦਿਆਂ ਦੇ ਨਜ਼ਰ ਆ ਰਹੇ ਨੇ, ਕਹਿੰਦੇ ਇਹ ਰੱਬ ਦੇ ਚਰਨ ਹਨ। ਕਹਿੰਦੇ ਭਾਈ ਨਨ ਏਕ ਪਦ ਗੰਧ ਬਿਨ, ਤੇਰੇ ਤਾਂ ਇੱਕ ਵੀ ਐਸਾ ਪਦ ਐਸਾ ਚਰਨ ਕਹਿੰਦੇ ਖੁਸ਼ਬੂ ਤੋਂ ਬਿਨਾਂ ਨਹੀਂ। ਧਿਆਨ ਰੱਖ, ਕਹਿੰਦੇ ਸਹਿਸ ਤਵ ਗੰਧ ਇਹ ਚਲਤ ਮੋਹੀ। ਕਹਿੰਦੇ ਆਏ ਸਾਰਿਆਂ ਵਿੱਚੋਂ ਮਹਾਰਾਜ ਦੀ ਖੁਸ਼ਬੂ ਕਹਿੰਦੇ ਭਾਈ ਚਲਦੀ ਨਜ਼ਰ ਆਉਣੀ ਚਾਹੀਦੀ। ਕਹਿੰਦੇ ਜਿਹੜਾ ਮੈਨੂੰ ਮੋਹ ਲਵੇ, ਮੈਨੂੰ ਲੱਗੇ ਕਿ ਜੇ ਮਾਂ ਬਾਪ ਪਿਤਾ ਭੈਣ ਭਾਈ ਬੱਚੇ ਸਭ ਆਏ ਨੇ, ਸੰਸਾਰ ਦੇ ਦੋਸਤ ਮਿੱਤਰ ਸਮਾਜ ਦੇ ਜਿਤਨੇ ਬੰਦੇ ਸੰਸਾਰ ਵਿੱਚ ਦਿਖ ਰਹੇ ਨੇ, ਇਹਨਾਂ ਵਿੱਚੋਂ ਰੱਬ ਦੀ ਮੂਰਤ ਆਪਾਂ ਨੂੰ ਮੋਹ ਲਵੇ, ਮੋਹ ਲਵੇ। ਆਪਾਂ ਨੂੰ ਲੱਗੇ ਕਿ ਦੇਖੋ ਕਿਵੇਂ ਰੱਬ ਖੇਲ ਖੇਲ ਰਿਹਾ, ਮੌਲਾ ਖੇਲ ਕਰੇ। ਕਹਿੰਦੇ ਰੱਬ ਖੇਲ ਖੇਲ। ਸੋ ਕਹਿੰਦੇ ਸਹਿਸ ਤਵ ਗੰਧ ਇਹ ਚਲਤ ਮੋਹੀ। ਕਹਿੰਦੇ ਇਹਨਾਂ ਸਾਰਿਆਂ ਵਿੱਚ ਖੁਸ਼ਬੂ ਕਹਿੰਦੇ ਆਏ ਮੂਵ ਕਰਦੀ ਹੈ, ਆਏ ਚੱਲਦੀ ਜੀਵਨ ਵਿੱਚ, ਜਿਹੜੇ ਮਨ ਨੂੰ ਮੋਹ ਲੈਂਦੀ ਹੈ, ਮਨ ਨੂੰ ਖਿੱਚਦੀ ਹੈ। ਕਹਿੰਦੇ ਐਸੀ ਅਵਸਥਾ ਨੂੰ ਕਿਉਂ ਨਹੀਂ ਤੁਹਾਡਾ ਮਨ ਖਿੱਚ ਰਿਹਾ। ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਸਾਰਿਆਂ ਵਿੱਚ ਇਹੀ ਜੋਤ ਹੈ। ਕਹਿੰਦੇ ਉਸ ਰੱਬ ਦੀ ਜੋਤ ਤੋਂ ਬਿਨਾਂ ਕੋਈ ਦੁਨੀਆ ਉੱਤੇ ਨਹੀਂ ਮੂਵ ਕਰ ਰਿਹਾ। ਕਹਿੰਦੇ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਹਿੰਦੇ ਉਸ ਰੱਬ ਦਾ ਚਾਨਣ ਸਾਰਿਆਂ ਦੇ ਵਿੱਚ ਕਹਿੰਦੇ ਭਾਈ ਪ੍ਰਕਾਸ਼ਮਾਨ ਹੋ ਰਿਹਾ ਹੈ। ਇਹਨਾਂ ਤਸਵੀਰਾਂ ਵਿੱਚ, ਜੀਵਨ ਬੁੱਤਾਂ ਦੇ ਵਿੱਚ ਰੱਬ ਨੂੰ ਦੇਖਣ ਦੀ ਕੋਸ਼ਿਸ਼ ਨਾ ਕਰੋ। ਜਿਉਂਦੇ ਜਾਗਦੇ ਇਨਸਾਨਾਂ ਵਿੱਚ ਰੱਬ ਨੂੰ ਦੇਖਣ ਦਾ ਪ੍ਰਯਤਨ ਕਰੋ, ਇਸ ਬਾਣੀ ਦੀ ਸੋਝੀ ਤੋਂ। ਕਹਿੰਦੇ ਇਹ ਅੱਖਾਂ ਨਾਲ ਆਏ ਨਜ਼ਰ ਨਹੀਂ ਆਉਂਦਾ ਜਦੋਂ ਤੱਕ ਆਪਾਂ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ। ਇੰਨੀ ਅੱਖੀ ਨਜ਼ਰ ਨਾ ਆਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਸੋ ਸੱਚੇ ਪਾਤਸ਼ਾਹ ਕਹਿੰਦੇ ਕਿਵੇਂ ਪ੍ਰਗਟ ਹੋਊਗਾ ਮਹਾਰਾਜ ਇਹ। ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ। ਇਹ ਜਿਹੜੀ ਜੋਤ ਹੈ ਨਾ, ਗੁਰ ਸਾਖੀ ਨਾਲ ਪ੍ਰਗਟ ਹੋਏ। ਕਹਿੰਦੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਿਆ। ਕਹਿੰਦੇ ਜੋ ਗੁਰੂ ਸਾਨੂੰ ਗੁਰ ਦਿੰਦੇ ਨੇ, ਉਹਨੂੰ ਜਦੋਂ ਤੱਕ ਆਪਾਂ ਸਾਖੀ ਨਹੀਂ ਕਰਾਂਗੇ, ਸਾਖੀ ਦਾ ਅਰਥ ਹੈ ਉਹਨੂੰ ਜਦੋਂ ਤੱਕ ਆਪਣੇ ਅੰਦਰ ਪ੍ਰਬਲ ਹੋ ਕੇ ਉਹਦੀ ਵਿਚਾਰ ਕਰਕੇ ਉਹਨੂੰ ਬੁੱਝਾਂਗੇ ਨਹੀਂ, ਉਹ ਵਿਟਨੈਸ ਨਹੀਂ ਦੇਵੇਗੀ ਜੋ ਗੁਰੂ ਸਾਨੂੰ ਗੁਰ ਦੇ ਰਹੇ ਜੁਗਤ ਦੱਸ ਰਹੇ ਨੇ, ਉਹ ਜਦੋਂ ਤੱਕ ਸਾਡੇ ਅੰਦਰ ਖੁੱਲੇਗਾ ਨਹੀਂ, ਕਹਿੰਦੇ ਉਦੋਂ ਤੱਕ ਜੋਤ ਨਹੀਂ ਪ੍ਰਗਟ ਹੋਣੀ। ਉਦੋਂ ਤੱਕ ਕਹਿੰਦੇ ਆਪਾਂ ਆਪਣੇ ਵਿੱਚ ਰੱਬ ਨਹੀਂ ਦੇਖਾਂਗੇ, ਦੂਜੇ ਵਿੱਚ ਰੱਬ ਨਹੀਂ ਦਿਖੇਗਾ। ਸੋ ਮਹਾਰਾਜ ਜੋ ਤਿਸ ਭਾਵ ਹੈ ਸੋ ਆਰਤੀ ਹੋਏ। ਫਿਰ ਕਹਿੰਦੇ ਜੋ ਰੱਬ ਨੂੰ ਭਾਉਂਦਾ ਹੈ, ਕਹਿੰਦੇ ਇਹ ਰੱਬ ਦੀ ਫਿਰ ਆਰਤੀ ਹੁੰਦੀ ਹੈ। ਜਾਣੋ ਭਾਈ, ਆਖੋ ਸਤਨਾਮ, ਇਹ ਰੱਬ ਦੀ ਆਰਤੀ ਹੈ। ਕਹਿੰਦੇ ਭਾਈ ਜੋ ਰੱਬ ਨੂੰ ਭਾਉਂਦਾ, ਫਿਰ ਐਸੀ ਅਵਸਥਾ ਦੇ ਵਿੱਚ ਜਦੋਂ ਤੁਸੀਂ ਆਪਣੇ ਸੁਰਤ ਨੂੰ ਲਿਜਾ ਕੇ ਕਰਮ ਕਰੋ, ਕਹਿੰਦੇ ਰੱਬ ਕਰਾ ਰਿਹਾ ਤੇ ਰੱਬ ਦਾ ਉਹਦੇ ਕਰਤੇ ਦੀ ਕੀਰਤ ਨੂੰ ਆਖਦੇ ਹੋ। ਘਰ ਦੇ ਵਿੱਚ ਮਾਤਾ ਪਿਤਾ ਭੈਣ ਭਾਈ ਬਾਲ ਬੱਚੇ ਦੋਸਤ ਮਿੱਤਰ ਸਾਥ ਸੰਬੰਧੀ ਸਾਰੇ ਰਿਸ਼ਤੇਦਾਰ, ਕਹਿੰਦੇ ਸਮਝੋ ਰੱਬ ਦੀ ਆਰਤੀ ਹੋ ਰਹੀ ਹੈ। ਐਸੀ ਆਰਤੀ ਨੂੰ ਕਰਨਾ ਕਰੋ। ਕਹਿੰਦੇ ਭਾਈ ਹਰ ਚਰਨ ਕਮਲ
ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ। ਕਹਿੰਦੇ ਹਰੇਕ ਵਿੱਚ ਵਸਦੇ ਰੱਬ ਦੇ ਕਹਿੰਦੇ ਸ਼ਬਦਾਂ ਨੂੰ ਕਹਿੰਦੇ ਕਮਲ ਰੂਪ ਜਾਣੋ। ਸ਼ਬਦ ਕਹਿੰਦੇ ਨੇ ਚਰਨ ਨੂੰ, ਕਮਲ ਰੂਪ ਦਾ ਅਰਥ ਹੈ ਕਹਿੰਦੇ ਜਿਹੜੇ ਮਾਇਆ ਦੇ ਸਰੂਪ ਤੋਂ ਉੱਪਰ ਲੈ ਜਾ ਕੇ ਕਹਿੰਦੇ ਤੁਹਾਡੀ ਅਵਸਥਾ ਨੂੰ ਖਿੜਾ ਦੇ, ਯਾਨੀ ਸਰੀਰਾਂ ਤੋਂ ਉੱਠ ਕੇ ਤੁਹਾਡੇ ਅੰਦਰ ਰੱਬ ਦੀ ਅਵਸਥਾ ਨੂੰ ਤੁਹਾਡੇ ਅੰਦਰ ਕਹਿੰਦੇ ਦ੍ਰਿਸ਼ਟੀਮਾਨ ਕਰਾ ਦੇ। ਕਹਿੰਦੇ ਐਸੇ ਤੁਹਾਡੇ ਅੰਦਰ ਕਹਿੰਦੇ ਖੁਸ਼ਬੂ ਮਨ ਨੂੰ ਲੁਭਾਇਮਾਨ ਹੋ ਜੇ। ਕਹਿੰਦੇ ਅਨਦਿਨੋ ਮੋਹਿ ਆਹੀ ਪਿਆਸਾ। ਕਹਿੰਦੇ ਨਿਤਾ ਪ੍ਰਤੀ ਤੁਹਾਡੇ ਮਨ ਦੇ ਵਿੱਚ ਕਹਿੰਦੇ ਇਹੀ ਪਿਆਸ ਤੁਹਾਡੇ ਮਨ ਦੇ ਵਿੱਚ ਬਣੀ ਰਹੇ, ਆਪਣੇ ਮਨ ਦੇ ਵਿੱਚ ਬਣੀ ਰਹੇ। ਇਹ ਪਿਆਸ ਨੂੰ ਪੈਦਾ ਕਰੋ। ਐਸੀ ਆਰਤੀ ਜੀਵਨ ਦੇ ਵਿੱਚ ਜੋ ਰੱਬ ਦੀ ਹੋ ਰਹੀ ਹੈ ਨਾ, ਸੰਸਾਰ ਦੇ ਵਿੱਚ ਇਹ ਸਾਰੇ ਮਨੁੱਖਾਂ ਵਿੱਚ ਦੀ, ਸ੍ਰਿਸ਼ਟੀ ਵਿੱਚ ਦੀ, ਇਸ ਸਾਰੇ ਬਨਸਪਤ ਵਿੱਚ ਦੀ ਹਨ। ਕਹਿੰਦੇ ਭਾਈ ਇਹ ਸਾਰੇ ਤਾਰਾ ਮੰਡਲ ਵਿੱਚ ਦੀ ਕਹਿੰਦੇ ਇਹਦਾ ਤੁਸੀਂ ਵੀ ਅੰਗ ਬਣ ਜਾਓ, ਅੰਗ ਬਣ ਜਾਓ। ਸੋ ਮਹਾਰਾਜ ਕਹਿੰਦੇ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂ ਤੇ ਤੇਰੇ ਨਾਏ ਵਾਸਾ। ਐਸਾ ਮੇਰੇ ਤੇ ਬਖਸ਼ਿਸ਼ ਕਰ ਕਹਿੰਦੇ ਭਾਈ ਉਹਦੇ ਚਰਨੀ ਲੱਗਿਆ ਕਿਰਪਾ ਹੁੰਦੀ ਹੈ। ਐਸਾ ਜਲ ਦੇਣਾ ਕਰ। ਕਹਿੰਦੇ ਭਾਈ ਕਹਿੰਦੇ ਤੇ ਸਾਰੰਗ ਸ਼ਬਦ ਵਰਤ ਰਿਹਾ ਪਪੀਹੇ। ਕਹਿੰਦੇ ਜਿਵੇਂ ਪਪੀਹਾ ਹੋਰ ਕੋਈ ਬਾਹਰਲਾ ਪਾਣੀ ਨਹੀਂ ਪੀਂਦਾ, ਚਾਹੇ ਜਿੰਨਾ ਮਰਜ਼ੀ ਸਾਗਰਾਂ 'ਚ ਪਾਣੀ ਹੋਵੇ, ਨਦੀਆਂ 'ਚ ਹੋਵੇ, ਟੋਭਿਆਂ 'ਚ ਹੋਵੇ। ਕਹਿੰਦੇ ਪਪੀਹਾ ਉਹ ਪੀਂਦਾ ਪਾਣੀ ਜਿਸ ਵੇਲੇ ਸਵਾਂਤ ਬੂੰਦ ਆਉਂਦੀ ਹੈ, ਪਹਿਲਾਂ ਬਰਸਾਤ ਦਾ ਕਹਿੰਦੇ ਬੂੰਦ ਡਿੱਗਦੀ ਹੈ, ਉਹਦੇ ਰਸਨਾ 'ਚ ਪੈ ਜੇ ਪਿਓ ਪਿਓ ਕਰਦਾ। ਜਿਸ ਵੇਲੇ ਬੱਦਲ ਆਉਂਦੇ ਨੇ ਉਹ ਸਵਾਂਤ ਪਹਿਲੀ ਬੂੰਦ ਜਿੱਥੇ ਵੀ ਡਿੱਗਦੀ ਉੱਥੇ ਜਾ ਕੇ ਉਹ ਪੀਂਦਾ ਹੈ। ਜੇ ਨਾ ਪਵੇ ਉਹ ਮਰ ਜਾਂਦਾ ਹੈ, ਥੱਲੋਂ ਪਾਣੀ ਨਹੀਂ ਪੀਂਦਾ। ਕਹਿੰਦੇ ਐਸੀ ਅਵਸਥਾ ਸਾਡੀ ਸੁਰਤ ਦੀ ਬਣ ਜੇ, ਆਪਾਂ ਨੂੰ ਘੱਟ ਬੈਠੇ ਰੱਬ ਦੀ ਕਹਿੰਦੇ ਉਹ ਜਿਹੜੀ ਸਵਾਂਤ ਬੂੰਦ ਹੈ ਉਹ ਆਪਣੇ ਜੀਵਨ ਦੀ ਰਸਨਾ ਤੇ ਪੈ ਜੇ, ਸਾਡਾ ਮਨ ਦਰ ਦਰ ਨਾ ਭਟਕੇ। ਮਹਾਰਾਜ ਕਹਿੰਦੇ ਭਾਈ ਕਿਸੇ ਵੀ ਦੇਵੀ ਦੇਵਤਾ ਕਹਿੰਦੇ ਭਾਈ ਮੜੀ ਮਸਾਨੀ ਇਹਨਾਂ ਦੀ ਪੂਜਾ ਨਹੀਂ ਕਰਨੀ। ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਏ। ਕਹਿੰਦੇ ਉਸ ਰੱਬ ਦਾ ਨਾਏ, ਨਾਏ ਦਾ ਅਰਥ ਜਾਣਨਾ ਕਿ ਨਿਰਾਕਾਰ ਦਾ ਨਾਮ ਜਪਦਿਆਂ ਨਿਆਏ ਮਿਲਦਾ ਹੈ। ਕੋਈ ਬੰਦੇ ਨੂੰ ਐਸਾ ਜੀਵਨ ਦੀ ਅਵਸਥਾ ਨਹੀਂ ਹੈ ਜਿਹਨੂੰ ਕਹਿੰਦੇ ਭਾਈ ਸੰਸਾਰ ਦਾ ਨਿਆਏ ਨਾ ਮਿਲੇ। ਸੰਸਾਰ ਦਾ ਨਿਆਏ ਰੱਬ ਦਾ ਨਾਮ ਜਪਿਆ ਮਿਲੇਗਾ ਜੀਵਨ ਦੇ ਵਿੱਚ। ਮਹਾਰਾਜ ਕਹਿੰਦੇ ਹੋਏ ਜਾਂ ਤੇ ਤੇਰੇ ਨਾਏ ਵਾਸਾ। ਮਹਾਰਾਜ ਐਸਾ ਜਲ ਮੇਰੀ ਰਸਨਾ 'ਚ ਪਾਉਣਾ